ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਮੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਆਕਸ ਮਾਤ ਗੁਰ ਨਾ ਕਰੀ, ਦੇਖ ਦੀਨ ਗਤ ਦਾਨ। ਲਿਵ ਲਾਗੀ ਮਨ ਭਜਨ ਕੀ, ਸੁਨੇ ਬੈਨ ਜਬ ਕਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੀ, ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਾਂਧੇ ਕੋਲ ਪੜ੍ਹਨੇ ਭੇਜਿਆ। ਪਹਿਲੇ ਦਿਨ ਬਹੁਤ ਵਧੀਆ ਪੜ੍ਹੇ ਤੇ ਦੂਸਰੇ ਦਿਨ ਤਾਂ ਪਾਂਧੇ ਨੂੰ ਪੜ੍ਹਾ ਦਿੱਤਾ, ਪਾਂਧੇ ਨੂੰ ਬ੍ਰਹਮ ਗਿਆਨ ਦੇ ਦਿੱਤਾ। ਪਹਿਲਾਂ ਤਾਂ ਵਿਚਾਰਾਂ ਚੱਲੀਆਂ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰੇ ਸ਼ਬਦ ਦੀਆਂ। ਔਰ ਫਿਰ ਜਦੋਂ ਪਾਂਧਾ ਬਿਲਕੁਲ ਨਿਮਰਤਾ ਵਿੱਚ ਆ ਕੇ ਬਾਬੇ ਨਾਨਕ ਦੇ ਪੈਰੀ ਪੈ ਗਿਆ ਵੀ ਯਾਰ ਇਹ ਤਾਂ ਕੋਈ ਬੱਚਾ ਨਹੀਂ ਹੈ, ਪਰਮੇਸ਼ਰ ਦਾ ਅਵਤਾਰ ਹੈ, ਤਾਂ ਪਾਤਸ਼ਾਹ ਜੀ ਨੇ ਉਸ 'ਤੇ ਅਕਸਮਾਤ ਕਹਿੰਦੇ ਕੁਦਰਤੀ ਚਾਣ ਚੱਕ ਅਚਾਨਕ ਹੀ ਉਸ 'ਤੇ ਕਿਰਪਾ ਦ੍ਰਿਸ਼ਟੀ ਪਾਈ ਅਤੇ ਉਸ ਨੂੰ ਬ੍ਰਹਮ ਗਿਆਨ ਕਰਵਾ ਦਿੱਤਾ। ਔਰ ਪਾਂਧੇ ਦੀ ਲਿਵ ਲੱਗ ਗਈ, ਧਿਆਨ ਜੁੜ ਗਿਆ। ਜਦੋਂ ਸਤਿਗੁਰਾਂ ਦੇ ਐਸੇ ਬਚਨ ਸੁਣਦਾ ਹੈ, ਫਿਰ ਬਾਬਾ ਨਾਨਕ ਜੀ ਇਸ ਨੂੰ ਸਿੱਖਿਆ ਦੇ ਕੇ ਗਿਆਨ ਦੇ ਕੇ ਵਾਪਸ ਬੱਚਿਆਂ ਦੀ ਤਰ੍ਹਾਂ ਖੇਡਦੇ ਹੋਏ ਘਰੇ ਆ ਜਾਂਦੇ ਹਨ। ਆਓ ਇਹ ਵਿਚਾਰਾਂ ਆਪਾਂ ਇੱਥੇ ਸਰਵਣ ਕਰ ਰਹੇ ਸੀ, ਅੱਗੇ ਆਰੰਭ ਕਰੀਏ। ਆਰੰਭ ਕਰਨ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਕਸ ਮਾਤ ਕਰਨਾ ਕਰੀ, ਦੇਖ ਦੀਨ ਗਤ ਦਾਨ। ਅਕਸਮਾਤ ਭਾਵ ਅਚਾਨ ਚੱਕ, ਪਤਾ ਨਹੀਂ ਲੱਗਿਆ, ਸਹਿਜ ਸੁਭਾਅ। ਜਦੋਂ ਪਾਤਸ਼ਾਹ ਨੇ ਦਇਆ ਦ੍ਰਿਸ਼ਟੀ ਸਿੱਟੀ ਆ ਪਾਂਧੇ ਦੇ ਉੱਪਰ, ਲਿਵ ਲਾਗੀ ਮਨ ਭਜਨ ਕੀ, ਸੁਨੇ ਬੈਨ ਜਬ ਕਾਨ। ਔਰ ਪਾਂਧੇ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤਾਂ ਉਸ ਦਾ ਧਿਆਨ ਜੁੜ ਗਿਆ, ਲਿਵ ਲੱਗ ਗਈ ਜੀ। ਚੌਪਈ ਤਬ ਕੋ ਪੋਲ ਕਲ ਬੋਲ ਅਮੁਲ ਹੈ, ਤਿਉ ਤਾਲੀ ਗੁਣ ਕੁਲਫੇ ਖੁੱਲ ਹੈ। ਔਰ ਤੁਹਾਡੀਆਂ ਸੁੰਦਰ ਚਿਹਰਾ, ਸੁੰਦਰ ਸਰੂਪ, ਅਮੋਲਕ ਬੋਲ ਐਸੇ ਪਾਂਧੇ ਦੇ ਮਨ ਨੂੰ ਛੋਹ ਗਏ ਜਿਵੇਂ ਚਾਬੀ ਲੱਗਦਿਆਂ ਤਾਲਾ ਖੁੱਲ੍ਹ ਜਾਂਦਾ। ਇਸੇ ਤਰ੍ਹਾਂ ਹੀ ਅਮੋਲਕ ਬਚਨਾਂ ਦੇ ਨਾਲ ਮਾਨੋ ਜਿਹੜਾ ਬੱਜਰ ਕਪਾਟ ਹੁੰਦਾ ਮਨੁੱਖ ਦਾ, ਉਹ ਪਾਂਧੇ ਦਾ ਖੋਲ੍ਹ ਦਿੱਤਾ ਹੈ ਜੀ।
वाक अनुचित मैं जो बखाने क्षमा करो अब श्री प्रभ जाने। ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਤੂੰ ਕੋਈ ਬੱਚਾ ਨਹੀਂ ਹੈ ਕੇਵਲ ਮਹਿਤਾ ਕਾਲੂ ਦਾ। ਠੀਕ ਹੈ, ਮਹਿਤਾ ਕਾਲੂ ਦੇ ਘਰੇ ਤੂੰ ਪੁੱਤਰ ਬਣ ਕੇ ਪੈਦਾ ਹੋਇਆ ਹੈ, ਪਰ ਤੂੰ ਤਾਂ ਪਰਮੇਸ਼ਰ ਹੈ। ਵਾਕ ਅਣਉਚਿਤ, ਮੈਂ ਤੈਨੂੰ ਜਿਹੜੇ ਬਚਨ ਕਹਿ ਬੈਠਾ ਵੀ ਤੂੰ ਪੜ੍ਹਦਾ ਕਿ ਨਹੀਂ ਪੜ੍ਹਦਾ, ਨਹੀਂ ਡੰਡੇ ਖਾਏਗਾ, ਮੈਂ ਮਾਫੀ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਹੁਣ ਮੈਨੂੰ ਪਤਾ ਲੱਗਿਆ ਤੂੰ ਤਾਂ ਰੱਬ ਹੈ। ਅਸ ਕੈ ਬਾਰ ਪਦ ਬੰਦਨ ਤੁਝ ਦਰਸ਼ਨ ਤ੍ਰੈਤਾਪ ਨਿਕੰਦਨ। ਔਰ ਇਹਨਾਂ ਕਹਿ ਕੇ ਪਾਂਦਾ ਬਾਰ-ਬਾਰ ਬਾਬੇ ਨਾਨਕ ਜੀ ਦੇ ਪੈਰਾਂ ਤੇ ਹੱਥ ਲਾਈ ਜਾਂਦਾ, ਨਮਸਕਾਰਾਂ ਕਰੀ ਜਾਂਦਾ। ਤੂੰ ਤਾਂ ਤਿੰਨਾਂ ਤਾਪਾਂ ਨੂੰ ਕੱਟਣ ਵਾਲਾ ਹੈ। श्री हरकृष्ण ਧਿਆਈ ਹੈ जिस डिठै सब दुख जाए, क्योंकि दसे पातशाहियाँ ਇੱਕੋ ਹੀ ਸਰੂਪ ਹੈ और 11ਵਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਉਹਨਾਂ ਦਾ ਹੀ ਸਰੂਪ ਹੈ। ਔਰ ਮੇਰੇ ਪ੍ਰੀਤਮ ਜੀ ਕਹਿੰਦੇ ਪਾਂਦਾ ਕਹਿ ਰਿਹਾ ਹੈ ਤੂੰ ਤਾਂ ਤੇਰੇ ਦਰਸ਼ਨ ਤਾਂ ਤਿੰਨੇ ਤਾਪਾਂ ਨੂੰ ਖੰਡਣ ਵਾਲੇ ਹਨ। ਨਾਮ ਧਰਾਇਓ ਕਾਲੂ ਨੰਦਨ ਨਰ ਤਾਰਨ ਕਲ ਕੇ ਮਤ ਮੰਦਨ। ਠੀਕ ਹੈ, ਤੂੰ ਕਾਲੂ ਦਾ ਪੁੱਤਰ ਬਣ ਕੇ ਆਇਆ, ਪਰ ਇਹ ਤਾਂ ਇੱਕ ਬਹਾਨਾ ਹੈ, ਆਉਣਾ ਤਾਂ ਮਾਂ ਦੇ ਪੇਟੋਂ ਹੀ ਪੈਂਦਾ, ਕਿਉਂਕਿ ਮਾਂ ਦੇ ਪੇਟੋਂ ਹੀ ਰਾਜੇ ਰਾਣੇ ਗਰੀਬ ਰੰਕ ਅਵਤਾਰ ਆਮ ਮਨੁੱਖ ਸਾਰੇ ਮਾਂ ਦੇ ਰਾਹੀਂ ਹੀ ਦੁਨੀਆ ਵਿੱਚ ਆਉਂਦੇ ਹਨ। ਤੂੰ ਕਾਲੂ ਦਾ ਪੁੱਤਰ ਨਾਮ ਧਰਾਇਆ ਹੈ। ਬਾਹਰੋਂ ਪਿਓ ਤੂਸ਼ਨੀ ਪਾਂਦਾ ਉਰ ਲਗ ਕਰ ਸੁਖ ਅਕਥ ਅਗਾਦਾ। ਔਰ ਜਿਹੜਾ ਸੁਖ ਅਕਥ ਦਾ ਮਤਲਬ ਕਹਿਣ ਤੋਂ ਪਰੇ ਹੈ। ਅਸੀਂ ਗੁੜ ਦੇ ਮਿੱਠੇ ਨੂੰ ਦੱਸ ਸਕਦੇ ਹਾਂ, ਪਰ ਨਾਮ ਦੇ ਸਵਾਦ ਨੂੰ ਨਹੀਂ ਦੱਸ ਸਕਦੇ। ਬਾਬਾ ਫਰੀਦ ਨੇ ਵੀ ਜਦੋਂ ਉਹ ਸਵਾਦ ਪ੍ਰਾਪਤ ਕੀਤਾ, ਕੀ ਕਹਿੰਦੇ ਹਨ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਕੀ ਕਹਿ ਰਹੇ ਹਨ ਕਿ ਹੇ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ, ਜਿਹੜਾ ਤਾਂ ਮੈਨੂੰ ਅਕਥ ਆਨੰਦ ਬਖਸ਼ਿਸ਼ ਕੀਤਾ ਹੈ, ਹੁਣ ਮੈਂ ਇਹਨੂੰ ਕਹਿ ਨਹੀਂ ਸਕਦਾ। ਜੇ ਨਹੀਂ ਕਹਿ ਸਕਦਾ ਤਾਂ ਫਿਰ ਚੁੱਪ ਹੀ ਹੋਣਾ ਪੈਂਦਾ। ਭਇਓ ਤੂਸ਼ ਨਹੀਂ ਪਾਂਦਾ, ਤਾਂ ਪਾਂਦਾ ਚੁੱਪ ਕਰ ਗਿਆ, ਆਪਣੇ ਅਨਿਜ ਸਰੂਪ ਨਾਲ ਜੁੜ ਗਿਆ ਹੈ। ਉਰਲਾ ਕਰ ਸੁਖ ਅਕਥ ਅਗਾਧਾ, ਆਪਣੇ ਆਤਮਿਕ ਸੁਖ ਨੂੰ ਮਾਨਣ ਲੱਗਿਆ ਹੈ ਜੀ। ਪਾ ਆਨੰਦ ਮੁਕੰਗ ਮਠਿਆਈ ਤਤ ਬੇਤਨ ਕੀ ਪਦਵੀ ਪਾਈ। ਔਰ ਭਾ ਆਨੰਦ ਮੂਕੰਗ ਮਿਠਿਆਈ, ਮੂਕ ਕਹਿੰਦੇ ਆ ਗੂੰਗੇ ਨੂੰ। ਜਿਵੇਂ ਗੂੰਗਾ ਕੋਈ ਵੀ ਸਵਾਦਲੀ ਵਸਤੂ ਖਾ ਕੇ ਉਹਦਾ ਸਵਾਦ ਕਹਿ ਨਹੀਂ ਸਕਦਾ, ਪਰ ਫਿਰ ਵੀ ਉਹਦੇ ਅੰਦਰੋਂ ਦੱਸਣ ਦੀ ਇੱਛਾ ਪੈਦਾ ਹੁੰਦੀ ਹੈ ਤੇ ਉਹ ਕੱਛਾ ਮਾਰ ਸਕਦਾ, ਖੁਸ਼ ਹੋ ਸਕਦਾ, ਆਪਣੇ ਇਸ਼ਾਰਿਆਂ ਨਾਲ ਕਹਿ ਸਕਦਾ ਬਹੁਤ ਆਨੰਦ ਆ ਗਿਆ ਮੈਨੂੰ, ਕੋਈ ਸਤਨਾਮ, ਪਰ ਕਹਿ ਨਹੀਂ ਸਕਦਾ ਜੀਭ ਨਾਲ, ਕਿਉਂਕਿ ਉਹਦੇ ਕੋਲ ਜ਼ੁਬਾਨ ਨਹੀਂ ਹੈ। ਇਸੇ ਤਰ੍ਹਾਂ ਹੀ ਪਾਂਦੇ ਕੋਲੇ ਜ਼ੁਬਾਨ ਭਾਵੇਂ ਹੈ, ਪਰ ਇਸ ਆਤਮਿਕ ਆਨੰਦ ਦਾ ਸ਼ਬਦ ਕੋਈ ਨਹੀਂ ਹੈ। ਜ਼ੁਬਾਨ ਵੀ ਤਾਂ ਹੀ ਦੱਸੇ ਜੇ ਕੋਈ ਸ਼ਬਦ ਹੋਵੇ। ਭਾ ਆਨੰਦ ਮੂਕੰਗ ਮਠਿਆਈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਕਹਿੰਦੇ ਉਹ ਆਨੰਦ ਆ ਗਿਆ ਜਿਵੇਂ ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ। ਤਤ ਬੇਤਨ ਕੀ ਪਦਵੀ ਪਾਈ, ਔਰ ਕਹਿੰਦੇ ਪਾਂਦਾ ਜਿਹੜਾ ਤਤ ਬੇਤੇ ਬ੍ਰਹਮ ਗਿਆਨੀਆਂ ਦੀ ਪਦਵੀ ਨੂੰ ਪ੍ਰਾਪਤ ਹੋਇਆ ਹੈ ਜੀ। ਕਬਿਤ ਦਿਓਤ ਕਰ ਚੰਡ ਮੈਂ ਨੀਤ ਦ੍ਰਿਪ ਦੰਡ ਮੈਂ ਦਾਨ ਗੱਜ ਮੰਡ ਮੈਂ ਸ਼ੋਭਤ ਅਪਾਰ ਹੈ। ਜਿਵੇਂ ਕਹਿੰਦੇ ਸੂਰਜ ਦੀਆਂ ਕਿਰਨਾਂ ਵਿੱਚ ਤੇਜ, ਰਾਜੇ ਦੇ ਨੀਤੀ ਵਿੱਚ ਦੰਡ, ਔਰ ਹਾਥੀ ਦੀਆਂ ਗੁਰੂ ਪਿਆਰੋ ਦੰਦਾਂ ਦੇ ਵਿਚਾਲੇ ਜਿਹੜਾ ਹੈ ਸੁੰਡ, ਔਰ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸ਼ੋਭਦੀਆਂ ਹਨ। ਆਵੇ ਜਿਮ ਖੀਰ ਮੈਂ ਧੀਰ ਜਿਮ ਵੀਰ ਮੈਂ ਸ਼ੀਰ ਜਿਮ ਨੀਰ ਮੈਂ ਹੋਤ ਸੁਖਕਾਰ ਹੈ। ਜਿਵੇਂ ਦੁੱਧ ਵਿੱਚ ਘਿਓ, ਔਰ ਸੂਰਮੇ ਵਿੱਚ ਧੀਰਜ, ਪਾਣੀ ਵਿੱਚ ਠੰਡਕ ਬੜੇ ਸੁਖਦਾਇਕ ਹੁੰਦੇ ਹਨ। ਜੋਨ ਜਿਮ ਇੰਦ ਮੈਂ ਗੰਧ ਅਰਬਿੰਦ ਮੈਂ ਮੋਕ ਤਤ ਬਿੰਦ ਮੈਂ ਜਾਨ ਨਿਰਧਾਰ ਹੈ। ਜਿਵੇਂ ਚੰਦਰਮਾ ਵਿੱਚ ਚਾਂਦਨੀ, ਕਮਲ ਦੇ ਵਿੱਚ ਖੁਸ਼ਬੂ, ਤਤ ਵੇਤੇ ਵਿੱਚ ਗੁਰੂ ਪਿਆਰਿਓ ਮੋਖ ਅਵਸ਼ ਸੁਭਾਏ ਮਾਨ ਹੁੰਦੇ ਹਨ। ਸਵੱਛ ਜਸ ਦਾਨ ਮੈਂ ਤਾਨ ਜਿਮ ਗਾਨ ਮੈਂ ਗ੍ਰੰਥ ਗੁਰ ਗਿਆਨ ਮੈਂ ਤੈਸੇ ਰਸ ਸਾਰ ਹੈ। ਸ਼ਵਸ ਜਸ ਦਾਨ ਮੈਂ, ਸ਼ਵਸ਼ ਭਾਵ ਸੁੰਦਰਤਾ, ਸ਼ਵਸ਼ ਪਵਿੱਤਰ,
ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਗਿਆਨ ਹੈ, ਜਿਵੇਂ ਪਾਤਸ਼ਾਹ ਜੀ ਕਹਿੰਦੇ ਹਨ ਤਾਨ ਮਹਿ ਗਾਨ ਮਹਿ, ਜਿਵੇਂ ਰਾਗ ਦੇ ਵਿੱਚ ਤਾਨ ਤੇ ਤਾਨ ਦੇ ਵਿੱਚ ਰਾਗ ਹੁੰਦਾ ਹੈ, ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਉਹ ਰਸ ਪਾਂਧੇ ਨੂੰ ਪ੍ਰਾਪਤ ਹੋਇਆ ਔਰ ਪਾਂਧਾ ਉਹ ਰਸ ਨੂੰ ਪ੍ਰਾਪਤ ਕਰਕੇ ਆਤਮ ਆਨੰਦ ਵਿੱਚ ਡੁੱਬ ਗਿਆ ਹੈ ਜੀ ਦੋਹਰਾ। ਸਹਿਜ ਸੁਭਾਇਕ ਮੁਕਤਤਾ ਆਵਤ ਪਏ ਆਵਾਸ। ਤਾਂ ਕੰਮ ਨਿਬੜਿਆ, ਪਾਂਧੇ ਨੂੰ ਗਿਆਨ ਕਰਾ ਦਿੱਤਾ ਹੈ, ਬ੍ਰਹਮ ਗਿਆਨ ਹੋ ਗਿਆ ਹੈ। ਔਰ ਬਾਬਾ ਨਾਨਕ ਜੀ ਗਿਆਨ ਦਿੰਦੇ ਦਿੰਦੇ ਜਿੱਥੇ ਬ੍ਰਹਮ ਗਿਆਨੀਆਂ ਵਾਂਗੂ ਗੱਲਾਂ ਕਰ ਰਹੇ ਸੀ, ਫੇਰ ਉਹ ਬੱਚਿਆਂ ਵਾਲੀ ਬਿਰਤੀ ਵਿੱਚ ਆ ਗਏ। ਔਰ ਹੁਣ ਪਾਂਧੇ ਨੇ ਕਿਹਨੂੰ ਪੜ੍ਹਾਉਣਾ ਸੀਗਾ, ਕਿਉਂਕਿ ਪੜ੍ਹਾਉਣ ਵਾਲਾ ਤਾਂ ਹੁਣ ਪੜ੍ਹਨ ਲੱਗ ਪਿਆ, ਬਾਬੇ ਨਾਨਕ ਦੇ ਕੋਲੋਂ ਗਿਆਨ ਪ੍ਰਾਪਤ ਕਰਨ ਲੱਗਿਆ। ਪਾਂਧਾ ਤਾਂ ਡੁੱਬ ਗਿਆ ਆਪਣੇ ਆਨੰਦ ਵਿੱਚ, ਧਿਆਨ ਜੁੜ ਗਿਆ, ਲਿਬ ਲੱਗੀ ਆ। ਤੇ ਬਾਬਾ ਜੀ ਨੇ ਆਪਣੇ ਵਸਤਾ ਆਪਣਾ ਜੋ ਵੀ ਉਸ ਵੇਲੇ, ਜਿਵੇਂ ਆਪਣੇ ਆਪਾਂ ਵੀ ਪੜ੍ਹੇ ਲਿਖੇ ਆ, ਸਕੂਲਾਂ ਵਿੱਚ ਬਸਤੇ ਲੈ ਕੇ ਜਾਂਦੇ ਸੀ, ਕਾਇਦਾ ਆਦਿ ਛੋਟਾ ਮੋਟਾ, ਤੋ ਇਸ ਤਰ੍ਹਾਂ ਜੋ ਵੀ ਉਸ ਵੇਲੇ ਉਹਨਾਂ ਕੋਲ ਵਸਤਾ ਆਦਿ ਹੈ, ਸਹਿ ਸੁਭਾਇਕ ਚੱਕਿਆ ਮੁਕਤੀ ਦਾਤੇ ਨੇ। ਪਾਦਨੋ ਪ੍ਰਕਟ ਕਿੰਕਨੀ ਸ਼ਬਦ ਹੋਤ ਪ੍ਰਕਾਸ਼। ਔਰ ਚੱਲ ਪਏ ਘਰ ਨੂੰ, ਪਦ ਨੂੰ ਉੱਪਰ, ਪੈਰਾਂ ਦੇ ਸਗਲੇ, ਹੱਥਾਂ ਦੇ ਕੰਗਣ ਔਰ ਲੱਕ ਤੇ ਬੰਨੀ ਹੋਈ ਤੜਾਗੀ ਦੇ ਛੋਟੇ ਛੋਟੇ ਘੁੰਗਰੂ ਖੜਕਾ ਕਰਦੇ ਹਨ। ਔਰ ਇਹ ਸਕੂਲ ਵਿੱਚੋਂ ਚੱਲ ਪਏ ਘਰ ਵੱਲ। ਚੌਪਈ ਮਾਤ ਬਲੋਕਤ ਬੈਠ ਅਲਾਇਓ, ਬਿਨਾ ਪਰਦੋਕ ਸਗਨ ਚਲ ਆਇਓ। ਜਦੋਂ ਦੁਪਹਿਰੇ ਹੀ, ਹਜੇ ਅੱਧੀ ਛੁੱਟੀ ਵੀ ਨਹੀਂ ਹੋਈ, ਆਪਣੇ ਅੱਜ ਕੱਲ੍ਹ ਦੇ ਹਿਸਾਬ ਨਾਲ ਮੈਂ ਦੱਸਾਂ ਵੀ ਉਦੋਂ ਵੀ ਤਾਂ ਛੁੱਟੀ ਕਰਦੇ ਹੋਣਗੇ, ਤਾਂ ਸ਼ਾਮਾਂ ਤੱਕ ਆਉਂਦੇ ਸੀ ਬੱਚੇ ਘਰੇ। ਤੇ ਬਾਬਾ ਜੀ ਕਹਿੰਦੇ ਦੁਪਹਿਰੇ ਘਰੇ ਪਹੁੰਚ ਗਏ। ਜਦੋਂ ਦੁਪਹਿਰੇ ਹੀ ਘਰੇ ਪਹੁੰਚ ਗਏ ਤੇ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਵੀ ਇਹ ਨਾਨਕ ਅੱਜ ਸਕੂਲ ਵਿੱਚੋਂ ਪਹਿਲਾਂ ਹੀ ਭੱਜੇ ਆਇਆ ਹੈ, ਸ਼ਾਮਾਂ ਨੂੰ ਕਿਉਂ ਨਹੀਂ ਆਇਆ। ਤੋਰ ਤਾਤ ਤੋੜੋਂਗੇ ਤਾਤਾ, ਹਿਤ ਕਰ ਪੜੋ ਨਾ ਖੇਲੇ ਰਾਤਾ। ਔਰ ਕਹਿਣ ਲੱਗੇ ਮਾਤਾ ਜੀ ਪੁੱਤਰ ਤੂੰ ਸੁਨੇਹਾ ਹੀ ਆ ਗਿਆ। ਤੋਰ ਤਾਤ ਤਾੜੇ ਗੋ ਤਾਤਾ, ਤਾਤ ਸ਼ਬਦ ਪੁੱਤਰ ਵਾਸਤੇ ਹੀ ਵਰਤਿਆ ਜਾਂਦਾ ਤੇ ਪਿਓ ਵਾਸਤੇ ਹੀ ਵਰਤਿਆ ਜਾਂਦਾ। ਇੱਥੇ ਤਾਤ ਦੋਨੇ ਵਾਰੀ ਵਰਤਿਆ। ਤੋਰ ਤਾਤ ਤੇਰਾ ਪਿਤਾ, ਤਾੜੇ ਗੋ ਤਾਤਾ ਪੁੱਤਰਾ, ਤੇਰਾ ਬਾਪੂ ਤੈਨੂੰ ਝਿੜਕੇਗਾ, ਤੂੰ ਪੜ੍ਹਨ ਵਿੱਚ ਜੀ ਨਹੀਂ ਲਾਉਂਦਾ। ਮੈਨੂੰ ਲੱਗਦਾ ਬਿਨਾਂ ਪੜ੍ਹੇ ਤੋਂ ਦੁਪਹਿਰੀ ਘਰੇ ਆ ਗਏ ਐ। ਨੈਣ ਨੀਰ ਬਾਲਕੀ ਨਿਆਏ, ਆਪਣੀ ਖਣਤ ਸੰਤ ਸੁਖਦਾਏ। ਹੁਣ ਦੇਖੋ ਉੱਥੇ ਤਾਂ ਬ੍ਰਹਮ ਗਿਆਨ ਦੀਆਂ ਗੱਲਾਂ ਕਰਕੇ ਆਏ ਆ, ਪਰ ਮਾਂ ਦੇ ਸਾਹਮਣੇ ਬੱਚੇ ਬਣ ਗਏ, ਬੈਠ ਗਏ ਧਰਤੀ ਤੇ ਔਰ ਅੱਖਾਂ ਦੇ ਵਿੱਚੋਂ ਪਾਣੀ ਗੇਰਨ ਲੱਗੇ ਔਰ ਧਰਤੀ ਨੂੰ ਉਂਗਲ ਨਾਲ ਖੁਰਚਣ ਲੱਗੇ। ਸੰਤ ਸੁਖਦਾਈ, ਜਿਹੜੇ ਸੰਤਾਂ ਨੂੰ ਗਿਆਨ ਦੇ ਕੇ ਸੁਖ ਬਖਸ਼ਦੇ ਹਨ। ਕਰ ਸੋ ਕਰਕੇ ਕਰ ਪੁਨ ਮਾਤਾ, ਅੰਕ ਬਸਾਏ ਕਹਿਓ ਬੋ ਪਾਤਾ। ਮਾਂ ਨੇ ਵੇਖਿਆ ਪੁੱਤ ਗੁੱਸੇ ਹੋ ਗਿਆ, ਇਹ ਤਾਂ ਅੱਖਾਂ 'ਚ ਪਾਣੀ ਗੇਰਨ ਲੱਗ ਪਿਆ। ਮਾੜੀ ਜਿਹੀ ਗੱਲ ਸੁਣ ਕੇ ਤੇਰਾ ਬਾਪੂ ਲੜੇਗਾ ਜਦੋਂ ਮੈਂ ਕਿਹਾ। ਤੋ ਮਾਂ ਦੇ ਮਨ ਵਿੱਚ ਮੋਹ ਜਾਗ ਪਿਆ, ਮਮਤਾ ਜਾਗ ਪਈ ਔਰ ਮਾਂ ਨੇ ਉੱਠ ਕਰਕੇ ਪੁੱਤਰ ਨੂੰ ਚੱਕਿਆ ਤੇ ਗੋਦ ਵਿੱਚ ਲੈ ਆਏ ਜੀ। ਭੂਖਣ ਅਵਰ ਦੇ ਕਰਵਾਏ, ਭੋਜਨ ਮਾਦਰ ਲਿਓ ਨਿਤ ਖਾਏ। ਤੇ ਨਾਲੇ ਫਿਰ ਹੁਣ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਕਿਹਾ ਸੀ ਪੁੱਤ ਨਵਾਜ਼ ਕਰਿਆ ਕਰ, ਤੇ ਅੱਗੋਂ ਬਾਬਾ ਫਰੀਦ ਜੀ ਕਹਿੰਦੇ ਫਿਰ ਕੀ ਮਿਲੂਗਾ। ਸਹਿਜ ਸੁਭਾਅ ਹੀ ਇਹ ਸਵਾਲ ਸਾਡੇ ਅੰਦਰ ਪੈਦਾ ਹੁੰਦਾ, ਭਜਨ ਬੰਦਗੀ ਕਰਨ ਨਾਲ ਫਿਰ ਕੀ ਮਿਲੂਗਾ। ਹੁਣ ਬਚਪਨ ਹੈ ਤੇ ਬਚਪਨ ਦੇ ਵਿੱਚ ਜਿਹੜਾ ਹੈ ਮਿੱਠੇ ਦੇ ਨਾਲ ਹੀ ਜੁੜਿਆ ਮਨ। ਇਸ ਕਰਕੇ ਅੱਜ ਜਿਸ ਵੇਲੇ ਕਿਹਾ ਬਾਬੇ ਫਰੀਦ ਨੂੰ ਉਹਨਾਂ ਦੀ ਮਾਤਾ ਨੇ ਨਵਾਜ਼ ਕਰਿਆ ਕਰ ਤੇ ਕਿਹਾ ਫਿਰ ਕੀ ਮਿਲੂਗਾ, ਮਾਤਾ ਕਹਿੰਦੀ ਫਿਰ ਸ਼ੱਕਰ ਮਿਲਿਆ ਕਰੂਗੀ। ਤਾਂ ਬੱਚਾ ਸ਼ੱਕਰ ਮਿੱਠੇ ਨਾਲ ਜੁੜਿਆ ਹੋਇਆ, ਮਾਵੇਂ ਉਹੋ ਜਿਹਾ ਸੁਭਾਅ ਵਰਤ ਲਿਆ, ਉਹੋ ਜਿਹਾ ਸ਼ਬਦ ਜਵਾਬ ਦੇ ਦਿੱਤਾ। ਤਾਂ ਮਾਤਾ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪੁੱਤਰਾ, ਭੁੱਖਣ ਅਵਰ ਦੇਹ ਕੜਵਾਈ, ਤੈਨੂੰ ਮੈਂ ਨਾਲ ਤਾਂ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੇਵਾਂਗੀ ਔਰ ਨਾਲੇ ਮਿੱਠੇ ਮਿੱਠੇ ਭੋਜਨ ਬਣਾ ਕੇ ਦਿਆ ਕਰੂੰਗੀ। ਜੇ ਅਬ ਬੜੇ ਪ੍ਰੀਤ ਕਰ ਲੇਖਾ, ਕਾਰਜ ਆਵੇ ਹੋਏ ਵਸੇਖਾ। ਜੇ ਪੁੱਤ ਚੰਗੀ ਤਰ੍ਹਾਂ ਲੇਖਾ ਜੋਖਾ ਪੜ੍ਹ ਲਵੇਂ, ਲੇਖੇ ਦਾ ਮਤਲਬ ਹਿਸਾਬ ਕਿਤਾਬ ਤੇ 35 ਅੱਖਰੀ, ਇਹ ਦੋ ਹੀ ਚੀਜ਼ਾਂ ਪਹਿਲਾਂ ਵਾਧੂ ਹੁੰਦੀਆਂ ਸਨ ਔਰ 4 ਤਰ੍ਹਾਂ ਦੇ ਸਵਾਲ, ਜਮਾ ਘਟਾਓ, ਵੰਡੋ ਤੇ ਗੁਣਾ, ਇਹ 4 ਤਰ੍ਹਾਂ ਦੇ ਸਵਾਲ ਹੀ ਵਾਧੂ ਹੁੰਦੇ ਸਨ। ਪਰ ਇੰਨਾ ਹੀ ਵਾਧੂ ਸੀ, ਇਸ ਨੂੰ ਕਹਿੰਦੇ ਆ ਲੇਖਾ ਜੋਖਾ।
ਤਾਂ ਮਾਤਾ ਕਹਿਣ ਲੱਗੀ, ਪੁੱਤਰਾ ਜੇ ਤੂੰ ਇਸੇ ਤਰ੍ਹਾਂ ਚੰਗੀ ਤਰ੍ਹਾਂ ਲੇਖਾ ਜੋਖਾ ਪੜ੍ਹ ਲਵੇਂ, ਤੇਰੇ ਵੱਡੇ ਹੋਏ ਦੇ ਵਿਸ਼ੇਸ਼ ਕਰਕੇ ਕੰਮ ਆਵੇਗਾ। ਦੋਹਰਾ ਅਜਰ ਮਾਜ ਵਿਚਰਤ ਬਹੁਰ ਸੰਜ ਪਈ ਜੈ ਕਾਲ। ਤਾਂ ਹੁਣ ਮਾਤਾ ਨੇ ਉਤਾਰ ਦਿੱਤਾ ਹੈ। ਪਾਤਸ਼ਾਹ ਵਿਹੜੇ ਵਿੱਚ ਖੇਡਣ ਲੱਗੇ, ਸ਼ਾਮਾਂ ਪਈਆਂ ਹਨ। ਕਾਲੋ ਆਲੇ ਆਏ ਪਿਖ ਲੋਚਨ ਲਾਲ ਕਿਰਪਾਲ। ਆਲਿਆ ਕਹਿੰਦੇ ਘਰ ਨੂੰ, ਤੇ ਸ਼ਾਮਾਂ ਨੂੰ ਮਹਿਤਾ ਕਾਲੂ ਜੀ ਵੀ ਆਪਣੇ ਪਟਵਾਰ ਦੇ ਕੰਮ ਤੋਂ ਘਰੇ ਆ ਗਏ ਔਰ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਖੇਡਦੇ ਆਪਣੇ ਪੁੱਤਰ ਨਾਲ ਗੁਰੂ ਨਾਨਕ ਨੂੰ ਦੇਖਦੇ ਹਨ। ਚੌਪਈ ਪ੍ਰੇਮ ਮੋਦ ਸੋ ਗਰੇ ਲਗਾਇਓ, ਬੈਸ ਮੰਚ ਪਰ ਅੰਕ ਬਸਾਇਓ। ਔਰ ਚੱਕ ਲਿਆ ਵਿਹੜੇ ਵਿੱਚ ਆ ਕੇ ਗੋਦੀ ਬਾਬੇ ਨਾਨਕ ਨੂੰ। ਪਿਤਾ ਨੇ ਬੜੇ ਪਿਆਰ ਦੇ ਨਾਲ ਲੈ ਕੇ ਪਲੰਘੇ ਤੇ ਬੈਠ ਗਏ, ਗੋਦੀ ਵਿੱਚ ਬਿਠਾ ਲਿਆ, ਪਿਆਰ ਕਰਨ ਲੱਗੇ ਜੀ। ਪੜਿਓ ਆਜ ਜੋ ਮੁਝੇ ਸੁਨਾਏ, ਕੋਬਿਦ ਪਾਂਦਾ ਤੁਝੇ ਪੜਾਏ। ਆ ਮੇਰਾ ਸ਼ੇਰ ਪੁੱਤ, ਬੜਾ ਪਿਆਰ ਦੇ ਨਾਲ ਪਹਿਲਾਂ ਬੁਲਾਉਂਦੇ ਮਹਿਤਾ ਕਾਲੂ ਜੀ, ਆ ਮੇਰਾ ਸ਼ੇਰ ਪੁੱਤ, ਅੱਜ ਫਿਰ ਤੂੰ ਕੀ ਪੜ੍ਹ ਕੇ ਆਇਆ? ਜਿਵੇਂ ਕੱਲ ਤੂੰ ਪੜ੍ਹ ਕੇ ਆਇਆ ਸੀ, ਪਹਾੜੇ ਸੁਣਾਏ ਸੀ, ਅੱਜ ਤੈਨੂੰ ਪਾਂਦੇ ਨੇ ਕੀ ਪੜਾਇਆ ਫਿਰ? ਸੁਣ ਕਰ ਪਿਤਾ ਬਚਨ ਨਿਜ ਕਾਨਨ, ਕੀਰਤਕ ਪੇੜੇ ਕਹਿ ਕਮਲਾਨਨ। ਪੈੜੇ ਭਾਵ ਇੱਥੇ ਲਿਖਿਆ ਪਹਾੜੇ, ਜਿਹੜੇ ਆਪਾਂ ਪਹਾੜੇ 1 ਦੂਣੀ 2 ਦੂਣੀ 4 ਪਹਿਲਾਂ ਪਹਾੜੇ ਪੜਾਇਆ ਕਰਦੇ, ਫਿਰ ਇਹ ਜੋੜ ਘਟਾਓ ਕਰਨ ਦੇ ਵਿੱਚ ਬੜਾ ਕੰਮ ਦਿੰਦੇ ਆ। ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਕੁਝ ਪਹਾੜੇ ਜਿਹੜੇ ਸਨ ਉਹ ਆਪਣੇ ਪਿਤਾ ਨੂੰ ਸੁਣਾਉਣੇ ਕੀਤੇ ਜੀ। ਕੀਤੋ ਤੋ ਸੋ ਬਾਰ ਕੇ ਆਏ, ਪੁਨ ਉੱਠ ਕਰ ਤਿਨ ਸੰਗ ਸਿਧਾਏ। ਪਿਤਾ ਨੂੰ ਖੁਸ਼ ਕਰਤਾ, ਬਾਪੂ ਬੜਾ ਖੁਸ਼ ਹੋਇਆ, ਬੱਚਾ ਮੇਰਾ ਬੜਾ ਆਪਣਾ ਸਿਆਣਾ ਹੈ, ਬੜਾ ਸਮਝਦਾਰ ਹੈ ਔਰ ਇਹ ਤਾਂ ਜਲਦੀ ਹੀ ਪੜ ਜਾਵੇਗਾ। ਜਿਸ ਤਰ੍ਹਾਂ 2 ਦਿਨ ਹੀ ਹੋਏ ਨੇ ਜਾਂਦੇ ਨੂੰ, ਇਹਨੇ ਪਹਾੜੇ ਯਾਦ ਵੀ ਕਰ ਲਏ, ਬਹੁਤ ਖੁਸ਼ ਹੋਏ। ਫਿਰ ਸਾਹਮਣੇ ਬੱਚੇ ਆ ਗਏ ਗਲੀ 'ਚ ਨਾਲ ਖੇਡਣ ਵਾਲੇ, ਹਮ ਉਮਰ, ਉਹਨਾਂ ਨੇ ਆਵਾਜ਼ ਮਾਰੀ, ਆ ਨਾਲ ਖੇਡੀਏ, ਔਰ ਗੋਦੀ 'ਚ ਉਤਰ ਕੇ ਭੱਜ ਗਏ ਜੀ। ਖੇਲਣ ਲੱਗੇ ਬੀਤ ਕਾ ਮਾਹੀ, ਚੰਦ ਚਾਂਦਨੀ ਪੂਰਨ ਜਾਹੀ। ਔਰ ਗਲੀ ਵਿੱਚ ਭੱਜ ਗਏ। ਔਰ ਗੁਰੂ ਪਿਆਰਿਓ, ਪੁਰਾਣੇ ਸਮਿਆਂ ਦੇ ਵਿੱਚ ਕੋਈ ਬਾਹਲੀ ਲੰਮੇ ਚੌੜੀ ਗੱਲ ਵੀ ਨਹੀਂ ਹੈ, ਕੋਈ 50 ਸਾਲ ਪਹਿਲਾਂ ਵੀ ਜਿਹੜੇ ਬੱਚੇ ਸਨ ਨਾ, ਉਹ ਰਾਤ ਨੂੰ ਗਲੀਆਂ ਵਿੱਚ ਖੇਡਦੇ ਤੇ ਦਿਨ ਛਿਪ ਜਾਂਦਾ, ਬਲਕਿ ਚੰਦਰਮਾ ਦੀ ਚਾਂਦਨੀ ਹੋ ਜਾਂਦੀ, ਪ੍ਰਕਾਸ਼ ਤੱਕ ਹੋ ਜਾਂਦਾ, ਚੰਦ ਨਿਕਲ ਆਉਂਦਾ। ਔਰ ਪੁਰਾਣੇ ਸਮਿਆਂ ਦੇ ਵਿੱਚ ਤਾਂ ਬੱਚੇ ਬੱਚੀਆਂ ਵਿੱਚ ਕੋਈ ਫਰਕ ਵੀ ਨਹੀਂ ਸੀ, ਇਕੱਠੇ ਖੇਡਦੇ ਰਹਿੰਦੇ। ਇਸੇ ਤਰ੍ਹਾਂ ਹੀ ਕਹਿੰਦੇ ਹੁਣ ਇਹ ਬੱਚੇ ਜੇ ਨਾਲ ਖੇਡਦੇ ਆ, ਇਹ ਗਲੀ ਵਿੱਚ ਖੇਡੀ ਜਾ ਰਹੇ ਆ ਔਰ ਇੰਨਾ ਕੁ ਹਨੇਰਾ ਹੋ ਜਾਂਦਾ ਹੈ ਕਿ ਚੰਦਰਮਾ ਦਾ ਚਾਨਣ ਹੋ ਜਾਂਦਾ ਹੈ। ਸ਼੍ਰੀ ਮੁਖ ਨਾਨਕ ਭਣੇ ਕਹਾਣੀ, ਭਜਨ ਭਗਤ ਸੋ ਮਿਲੀ ਜ਼ੁਬਾਨੀ। ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ। ਉਹ ਬਚਪਨ ਦੇ ਸਾਥੀ ਉਹਨਾਂ ਦੇ ਆਸੇ-ਪਾਸੇ ਬੈਠ ਜਾਂਦੇ ਆ ਕਿ ਬਾਬਾ ਜੀ ਉਹਨਾਂ ਨੂੰ ਨਿੱਕੀਆਂ ਨਿੱਕੀਆਂ ਕਹਾਣੀਆਂ, ਜਿਨ੍ਹਾਂ ਨੂੰ ਆਪਾਂ ਬਾਤਾਂ ਕਹਿੰਦੇ ਹਾਂ, ਪਰ ਉਹਨਾਂ ਦੀਆਂ ਬਾਤਾਂ ਦੇ ਵਿੱਚ ਭਜਨ ਭਗਤੀ ਦੀਆਂ ਵਿਚਾਰਾਂ ਹਨ, ਉਹ ਸੁਣਾਉਣ ਲੱਗ ਜਾਂਦੇ ਜੀ। ਦੋਹਰਾ ਮਦਰ ਸੁਦਾ ਸਮ ਬਚਨ ਸੁਨ, ਤੂਸ਼ਨ ਹੋਵੇ ਬਾਲ। ਔਰ ਮਦਰ ਮਿੱਠੀ ਆਵਾਜ਼ ਵਿੱਚ, ਸੁਦਾ ਅੰਮ੍ਰਿਤ ਨੂੰ ਕਹਿੰਦੇ ਆ, ਅੰਮ੍ਰਿਤ ਵਰਗੇ ਮਿੱਠੀ ਆਵਾਜ਼ ਵਿੱਚ ਮਿੱਠੇ ਮਿੱਠੇ ਬਚਨ ਸੁਣ ਕੇ ਬੱਚੇ ਜਿਹੜੇ ਹਨ ਬੜੇ ਮੁਗਧ ਹੋ ਜਾਂਦੇ। ਗੁਰੂ ਪਿਆਰਿਓ, ਜਿਸ ਤਰ੍ਹਾਂ ਬੀਨ ਨੂੰ ਸੁਣ ਕੇ ਸਭ ਮੁਗਧ ਹੋ ਜਾਂਦਾ ਨਾ, ਇਸੇ ਤਰ੍ਹਾਂ ਬੱਚੇ ਬਾਬਾ ਜੀ ਦੇ ਬਚਨ ਸੁਣ ਕੇ ਕੀਲੇ ਜਾ ਰਹੇ ਹਨ। ਚਿਤ ਤੇ ਤ੍ਰਿਪਤ ਨਾ ਚਿਤ ਵਿਖੈ, ਚਾਹੇ ਚੌਪ ਵਿਸਾਲ। ਔਰ ਮਨ ਵਿੱਚ ਸੁਣ ਸੁਣ ਕੇ ਰੱਜਦੇ ਨਹੀਂ, ਚਾਹ ਚੜ ਜਾਂਦਾ ਸੁਣ ਸੁਣ ਕੇ, ਵਿਚਾਰਾਂ ਬੜੇ ਖੁਸ਼ ਹੁੰਦੇ ਹਨ ਬਾਬੇ ਨਾਨਕ ਦੇ ਬਚਨ ਸੁਣ ਕੇ। ਚੌਂਪ ਚਾਹ ਚੜਨਾ, ਵਿਸਾਲ ਬਹੁਤ ਜ਼ਿਆਦਾ ਚਾਹ ਚੜਦਾ ਹੈ। ਔਰ ਸਾਰੇ ਬੱਚੇ ਨਾ ਐਂ ਘੇਰਾ ਘੱਟ ਕੇ ਬਾਬੇ ਦੇ ਆਸੇ ਪਾਸੇ ਬਹਿ ਜਾਂਦੇ, ਤੇ ਕੋਈ ਵੀ ਬੱਚਾ ਢੂਈ ਦੇ ਮਗਰ ਨਹੀਂ ਸੀ ਬੈਠਦਾ, ਸਾਰੇ ਸਾਹਮਣੇ ਬੈਠਦੇ ਔਰ ਸੁਣ ਕੇ ਬੜੇ ਖੁਸ਼ ਹੁੰਦੇ। ਤੇ ਨਾਲੇ ਚੌਪਈ ਜੀ ਕਮਾਨ ਬਚਨ ਜੋ ਬਾਨਾ, ਮਧੁਰਾਈ ਮਦ ਪਲਕ ਸਮਾਨਾ। ਔਰ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਦੀ ਜ਼ੁਬਾਨ ਮਾਨੋ ਕਮਾਨ ਵਰਗੀ ਹੈ, ਤੇ ਉਹਨਾਂ ਦੇ ਬਚਨ ਤੀਰਾਂ ਵਰਗੇ ਹਨ। ਔਰ ਜਦੋਂ
ਬੱਚਿਆਂ ਦੇ ਕੰਨ ਵਿੱਚ ਜਾ ਕੇ ਉਹ ਬਚਨ ਲੱਗਦੇ ਹਨ। ਤੀਖਨ ਕਰੇ ਸਾਨ ਚੁਤਰਾਏ, ਨਾਨਾ ਉਕਤਨ ਪੰਖ ਸੁਹਾਏ। ਜਿਵੇਂ ਕਿਸੇ ਦਾ ਤੀਰ ਕਿਸੇ ਦੇ ਹਿਰਦੇ ਵਿੱਚ ਲੱਗੇ ਤੇ ਉਹਨੂੰ ਘਾਇਲ ਕਰ ਦਿੰਦਾ ਹੈ। ਕਬੀਰ ਸਤਿਗੁਰ ਸੂਰਮੈ ਵਾਹੇ ਅਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਇੱਥੇ ਭੋਏ ਗਿਰ ਪਰਾ ਦਾ ਮਤਲਬ ਮਰਨਾ ਨਹੀਂ ਹੈ। ਇੱਥੇ ਜਦੋਂ ਗੁਰੂ ਨੇ ਬਚਨ ਸੁਣਾਇਆ ਤੇ ਸਿੱਖ ਦੇ ਅੰਦਰੋਂ ਹੰਕਾਰ ਖਤਮ ਹੋ ਗਿਆ। ਕੋ ਸਤਨਾਮ ਜੀ ਵਾਹਿਗੁਰੂ। ਗੁਰੂ ਦੇ ਚਰਨਾਂ ਵਿੱਚ ਢਹਿ ਪਿਆ ਸਿੱਖ। ਫਿਰ ਜਦੋਂ ਗੁਰੂ ਨੇ ਆਪਣੇ ਬਚਨਾਂ ਦਾ ਤੀਰ ਮਾਰਿਆ, ਪਰ ਇੱਥੇ ਬਚਨ ਉਹ ਤਿੱਖੇ ਤੀਰ ਕਿਸੇ ਨੂੰ ਵੇਧਣ ਵਾਲੇ ਨਹੀਂ ਹੈ, ਬਿੰਨਣ ਵਾਲੇ ਨਹੀਂ। ਇਹ ਹਨ ਮਿੱਠੇ ਬਚਨ ਬੱਚਿਆਂ ਦੇ ਹਿਰਦੇ ਨੂੰ ਬਿੰਨਣ ਵਾਲੇ। ਭਾਵ ਹਿਰਦਾ ਬਾਬੇ ਨਾਨਕ ਜੀ ਨਾਲ ਇੱਕਮਿਕ ਹੋ ਰਿਹਾ ਉਹਨਾਂ ਬੱਚਿਆਂ ਦਾ। ਜਦੋਂ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਬੱਚਿਆਂ ਨੂੰ ਆਪਣੇ ਬਚਨ ਸੁਣਾਉਂਦੇ ਹਨ। ਬਾਲ ਬਰਿੰਦ ਹਿਰਦਾ ਲਛ ਭੇਦਾ, ਪਏ ਲਟੂਹਾ ਹੋਏ ਅਖੇਦਾ। ਲਟੂਹਾ, ਲਟੂਹੇ ਦਾ ਮਤਲਬ ਹੈ ਲੋਟਪੋਟ। ਲੋਟਪੋਟ ਦਾ ਮਤਲਬ ਬਹੁਤ ਖੁਸ਼ ਹੋ ਜਾਣਾ। ਜਦੋਂ ਬਾਬਾ ਨਾਨਕ ਜੀ ਉਹਨਾਂ ਨੂੰ ਮਿੱਠੇ ਮਿੱਠੇ ਬਚਨ ਸੁਣਾਉਂਦੇ ਤੇ ਬੱਚਿਆਂ ਦਾ ਹਿਰਦਾ ਵਿੰਨਿਆ ਜਾਂਦਾ ਔਰ ਲੋਟਪੋਟ ਹੋ ਜਾਂਦੇ। ਕਈ ਵਾਰੀ ਹੱਸਣ ਵਾਲੀਆਂ ਗੱਲਾਂ ਵੀ ਬੱਚਿਆਂ ਦੇ ਬਚਪਨ ਦੀਆਂ ਹੁੰਦੀਆਂ, ਉਹ ਵੀ ਆ ਜਾਂਦੀਆਂ ਤੇ ਗਿਆਨ ਦੀਆਂ ਵੀ ਆ ਜਾਂਦੀਆਂ। ਇਉਂ ਬੱਚੇ ਲਟੂਹੇ ਹੋ ਜਾਂਦੇ, ਲੋਟਪੋਟ ਹੋ ਜਾਂਦੇ, ਹੋਏ ਅਖੇਦਾ, ਮਾਨੋ ਜਿਵੇਂ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ। ਤਜ ਕਰ ਸੰਗ ਸਦਨ ਨੇ ਜਾਵੈ, ਮਾਤ ਪਿਤਾ ਤਬ ਆਨ ਬੁਲਾਵੈ। ਹੁਣ ਬੱਚਿਆਂ ਨੂੰ ਇਹ ਵੀ ਫਿਕਰ ਨਹੀਂ ਕਿ ਰਾਤ ਪੈ ਗਈ ਹੈ ਕਿ ਦਿਨ ਖੜਾ। ਦਿਨ ਤਾਂ ਕਦੋਂ ਦਾ ਛਿਪਿਆ। ਦਿਨ ਛਿਪਣ ਤੋਂ ਬਾਅਦ ਵੀ ਰਾਤ ਦੇ 2-3 ਘੰਟੇ, ਭਾਵ ਪਹਿਰ ਪਹਿਰ ਗਈ ਰਾਤ ਵੀ ਇਕੱਠੇ ਖੇਡਦੇ ਰਹਿੰਦੇ। ਔਰ ਜਿੰਨਾ ਉਹਨਾਂ ਨੂੰ ਮਾਪਿਓ ਆਵਾਜ਼ਾਂ ਮਾਰਦੇ ਬਾਹਰ ਚੋਂ ਖੜ ਕੇ ਵੀ ਆ ਜਾਓ ਪੁੱਤ, ਘਰੇ ਆ ਜਾਓ, ਘਰੇ ਆ ਜਾਓ, ਪਰ ਜਾਂਦੇ ਹੀ ਨਹੀਂ। ਕਹਿ ਕਰ ਲੈ ਜਾਵੇ ਬੁਰਿਆਏ, ਤਜ ਨੇ ਸਕੇ ਮਨ ਬਿਰਮਾਏ। ਬਰਿਆਈ ਦਾ ਮਤਲਬ ਹੈ ਧੱਕੇ ਨਾਲ ਬਾਹੋਂ ਫੜ ਕੇ ਮਾਪਿਓ ਨੂੰ, ਜਵਾਕਾਂ ਨੂੰ ਘਰੋਂ ਘਰੀ ਲਿਜਾਣਾ ਪੈਂਦਾ। ਬਾਬੇ ਨਾਨਕ ਨੂੰ ਤਜਦੇ ਨਹੀਂ ਸੀ। ਇੰਨਾ ਪਿਆਰ ਬਾਬੇ ਨਾਨਕ ਪੈ ਗਿਆ ਕਿ ਬੱਚੇ ਜਿਹੜੇ ਹਨ ਬਾਬੇ ਨਾਨਕ ਨੂੰ ਛੱਡ ਕੇ ਘਰੇ ਜਾਣ ਨੂੰ ਤਿਆਰ ਨਹੀਂ। ਗਲੀ ਵਿੱਚ ਬੈਠੇ ਰਹੋ, ਖੇਡੀ ਚੱਲੋ ਤੇ ਗੱਲਾਂ ਕਰੀ ਚੱਲੋ, ਆਹੀ ਆਨੰਦ ਹੈ, ਹੋਰ ਕੀ ਚਾਹੀਦਾ। ਉਹਨਾਂ ਨੂੰ ਰੋਟੀ ਪਾਣੀ ਵੀ ਭੁੱਲ ਜਾਂਦਾ ਹੈ। ਮਾਂ ਪਿਓ ਬਾਹਰ ਚੋਂ ਖੜੇ ਆਵਾਜ਼ਾਂ ਮਾਰਦੇ ਆਵੇ ਘਰੇ ਆ ਜਾਓ ਵੇ ਪੁੱਤ, ਘਰੇ ਆ ਜਾਓ, ਪਰ ਘਰੇ ਜਾਂਦੇ ਨਹੀਂ। ਅਖੀਰ ਮਾਂ ਪਿਓ ਆਪ ਕੋਲੇ ਚੱਲ ਕੇ ਜਾਂਦੇ ਆ ਔਰ ਆਪੋ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਧੱਕੇ ਨਾਲ ਘਰੇ ਲੈ ਜਾਂਦੇ ਆ। ਗੁਰੂ ਨਾਨਕ ਦੇਵ ਜੀ ਵੀ ਆਪਣੇ ਘਰੇ ਆ ਜਾਂਦੇ ਹਨ। ਰੁਚਰ ਬਚਨ ਕੇ ਰੁਚ ਅਧਿਕਾਏ, ਸੁਣ ਸੁਣ ਪਨ ਮਨ ਹੋਤ ਸਵਾਏ। ਰੁਚਰ ਭਾਵ ਮਿੱਠੇ ਬਚਨ ਬਾਬੇ ਨਾਨਕ ਦੇ। ਬਾਬੇ ਨਾਨਕ ਦੇ ਮਿੱਠੇ ਬਚਨਾਂ ਨੂੰ ਸੁਣ ਸੁਣ ਕੇ ਰੁਚੀ ਅਧਿਕਾਈ, ਹੋਰ ਵੀ ਸੁਣਨ ਦੀ ਇੱਛਾ ਵੱਧ ਜਾਂਦੀ ਹੈ। ਸੁਣ ਸੁਣ ਪੁਨ ਮਨ ਹੋਤ ਸਵਾਈ, ਔਰ ਸੁਣ ਸੁਣ ਕੇ ਹਿਰਦੇ ਦੇ ਵਿੱਚ ਆਪਣੇ ਸਾਥੀ ਬਾਬੇ ਨਾਨਕ ਦੇ ਨਾਲ, ਹਜੇ ਬੱਚਿਆਂ ਨੂੰ ਵੀ ਨਹੀਂ ਪਤਾ ਵੀ ਇਹ ਕੌਣ ਹੈ, ਪਰ ਬਾਬੇ ਦੀ ਕਿਰਪਾ ਦ੍ਰਿਸ਼ਟੀ ਐਸੀ ਹੈ ਕਿ ਬੱਚਿਆਂ ਨੂੰ ਮੋਹ ਲੈਂਦਾ ਹੈ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਬੱਚਿਆਂ ਦੇ ਵਿੱਚ ਬਚਨ ਸੁਣਨ ਦੀ ਰੁਚੀ ਦਿਨ ਦੁੱਗਣੀ ਰਾਤ ਚੌਗਣੀ ਵੱਧਦੀ ਜਾਂਦੀ ਹੈ। ਪਰਵੇਸ਼ ਟਿਤ ਬਾਰਿਕ ਚੌਪਾਸਾ, ਪੁੰਨ ਬਾਣ ਜਿਨ ਕੇ ਅਗਨਾਸ਼ਾ। ਬਈ ਉਹ ਬੱਚੇ ਕਿੰਨੇ ਪੁੰਨ ਵਾਲੇ ਹੋਣਗੇ, ਕਿੰਨੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਬਚਪਨ ਵੀ ਸੰਗਤ ਕੀਤੀ ਆ। ਉਹਨਾਂ ਦੇ ਹਮ ਜਮਾਤੀ, ਉਹਨਾਂ ਦੇ ਹਰ ਉਮਰ। ਉਹ ਬੱਚੇ ਭਾਈ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਨੇ ਗੁਰੂ ਜੀ ਦੇ ਚਾਰੇ ਪਾਸੇ ਬੈਠ ਕੇ ਉਹਨਾਂ ਨੂੰ ਘੇਰਿਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹ ਕਿੰਨੇ ਭਾਗਾਂ ਵਾਲੇ ਹੋਣਗੇ। ਨਾਨਕ ਬੈਸੇ ਵਿੱਚ ਬਿਰਾਜੈ, ਬਚ ਸੁਨ ਜਿਨੇ ਸੁਧਰਮਾ ਲਾਜੈ। ਔਰ ਗੁਰੂ ਨਾਨਕ ਦੇਵ ਜੀ ਸਭਾ ਲਾ ਲੈਂਦੇ ਆ। ਮਾਨੋ ਬੱਚੇ ਚਾਰ ਛਪੇਰੇ ਬਹਿ ਜਾਂਦੇ ਆ ਤੇ ਜਦੋਂ ਫਿਰ ਚੱਲਦੀਆਂ ਵਿਚਾਰਾਂ, ਗੱਲਾਂ ਬਾਤਾਂ, ਪਿਆਰ ਦੀਆਂ, ਭਗਤੀ ਦੀਆਂ, ਵਿਰਾਗ ਦੀਆਂ, ਤੇ ਮੈਨੂੰ ਲੱਗਦਾ ਇੰਦਰ ਵੀ ਸ਼ਰਮਸਾਰ ਹੋ ਜਾਂਦਾ ਹੈ। ਇੰਦਰ ਦੀ ਸਭਾ ਵੀ ਇੰਨੀ ਸੋਹਣੀ ਨਹੀਂ ਹੋਣੀ ਜਿੰਨੀ ਉਸ ਵੇਲੇ ਬਚਪਨ 'ਚ ਬਾਬੇ ਨਾਨਕ ਦੇ ਸਾਥੀਆਂ ਦੀ ਸਭਾ ਲੱਗਦੀ ਹੈ। ਵਤਨ ਬਲੋਕੇ ਨਿਜ ਨਿਜ ਤਿਸੋ, ਲਖੇ ਕੰਡ ਕੋ ਨਹਿ ਤੈ ਸਿਸ ਕੋ। ਕੰਡ ਕਹਿੰਦੇ ਪਿਛਲੇ ਪਾਸੇ, ਭਾਵ ਕੋਈ ਵੀ ਬੱਚਾ ਜਿਹੜਾ ਹੈ ਪਿਛਲੇ ਪਾਸੇ ਕੰਡ ਕੰਨੀ ਨਹੀਂ ਬੈਠਦਾ, ਸਾਰੇ ਮੂਹਰੇ ਬੈਠਦੇ ਆ ਔਰ ਮੂਹਰੇ ਬੈਠ ਕੇ ਬਾਬੇ ਨਾਨਕ ਜੀ ਦੇ ਚਿਹਰੇ ਨੂੰ ਦੇਖਦੇ ਹਨ ਔਰ ਸਾਰੇ ਇਹੀ ਸਮਝਦੇ ਐ। ਸਭ ਮਨ ਜਾਣੇ ਮੁਝੇ ਸੁਨਾਵੈ, ਰੋਕ ਰਖੀਕ ਸੁਨੇ ਮਨ ਭਾਵੈ। ਔਰ ਰਖੀਕ ਇੰਦਰੀਆਂ ਭਾਵ ਮਨ ਦੇ ਫੁਰਨਿਆਂ ਨੂੰ ਰੋਕ ਕਰਕੇ ਉਹ ਬੱਚੇ ਇਉਂ ਸੁਣ ਰਹੇ ਐ ਜਿਵੇਂ ਬਾਬਾ ਨਾਨਕ ਸਾਨੂੰ ਹੀ ਕਹਿ ਰਿਹਾ ਹੈ। ਕਹੋ ਸਤਿਨਾਮ।
ਹਰੇਕ ਬੱਚਾ ਇਹ ਸੋਚਦਾ ਹੈ ਕਿ ਬਾਬਾ ਨਾਨਕ ਮੈਨੂੰ ਸੁਣਾ ਰਿਹਾ ਹੈ। ਇਸ ਕਰਕੇ ਰਖੀ ਕਹਿੰਦੇ ਆ ਇੰਦਰੀਆਂ ਨੂੰ, ਸੋਚਣ ਸ਼ਕਤੀ ਨੂੰ ਛੱਡ ਕਰਕੇ ਸਾਰੇ ਜਿਹੜੇ ਬੱਚੇ ਹਨ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਨੂੰ ਇਉਂ ਪਿਆਰ ਨਾਲ ਸੁਣਿਆ ਕਰਦੇ। ਦੋਹਰਾ ਮਿਲ ਬਾਲਕ ਸੋ ਖੇਲਤੇ ਚਲ ਆਏ ਨਿਜ ਧਾਮ। ਅਖੀਰ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਲੈ ਜਾਂਦੇ ਤੇ ਧੰਨ ਗੁਰੂ ਨਾਨਕ ਦੇਵ ਜੀ ਵੀ ਖੇਡਾਂ ਤੇ ਆ ਕੇ ਆਪਣੇ ਘਰ ਮਾਤਾ ਤ੍ਰਿਪਤਾ ਜੀ ਕੋਲ ਆ ਜਾਂਦੇ ਹਨ। ਅੰਨ ਖਾਏ ਕਰ ਮਾਤ ਤੇ ਸੁਤੇ ਤਨ ਅਬਿਰਾਮ। ਔਰ ਮਾਤਾ ਤ੍ਰਿਪਤਾ ਜੀ ਦੇ ਕੋਲ ਆਉਂਦੇ। ਮਾਤਾ ਤ੍ਰਿਪਤਾ ਜੀ ਫਿਰ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਦਾ ਇਸ਼ਨਾਨ ਕਰਾਉਂਦੇ ਐ, ਨਵੇਂ ਵਸਤਰ ਪਵਾਉਂਦੇ ਹਨ ਧੋਤੇ ਹੋਏ, ਔਰ ਫਿਰ ਪ੍ਰਸ਼ਾਦਾ ਛਕਾਉਂਦੇ ਹਨ। ਚੌਪਈ ਜਾਮ ਜਾਮਣੀ ਜਾਗਣ ਨੇਮਾ ਜਬਕਾ ਤਨ ਤਰ ਦਾਨੀ ਛੇਮਾ। ਉਹ ਦੇਖੋ ਇਹ ਰੂਹਾਂ ਰੱਬੀ ਰੂਹਾਂ ਧੁਰੋਂ ਹੀ ਆਈਆਂ ਹੁੰਦੀਆਂ। ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਬਚਪਨ ਵਿੱਚ ਗਿਆਨ ਨਹੀਂ ਹੋਊਗਾ। ਜਿਵੇਂ ਗੁਰੂ ਹਰਕ੍ਰਿਸ਼ਨ ਜੀ ਨੂੰ ਬਚਪਨ ਵਿੱਚ ਗੁਰੂ ਪਿਆਰੇ ਗੁਰਤਾ ਗੱਦੀ ਪ੍ਰਾਪਤ ਹੋ ਗਈ, ਔਰ ਬਚਪਨ ਦੇ ਵਿੱਚ ਹੀ ਉਹਨਾਂ ਨੇ ਸਿੱਖੀ ਦੀ ਬਹੁਤ ਉੱਤਮ ਸੇਵਾ ਕੀਤੀ ਔਰ ਸੰਸਾਰ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ। 8ਵੇਂ ਪਾਤਸ਼ਾਹ ਨੂੰ ਗਿਆਨ ਦੇ ਦਾਤੇ ਕਿਹਾ ਜਾਂਦਾ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਬਾਬਾ ਨਾਨਕ ਜੀ ਜਦੋਂ ਜਨਮ ਲੈ ਕੇ ਹੋਸ਼ ਸੰਭਾਲ ਲਈ ਨਾ, ਜਦੋਂ 2-2.5 ਸਾਲ ਦੇ ਜਾਂ 3 ਸਾਲ ਦੇ ਹੋ ਗਏ ਤੇ ਇਹਨਾਂ ਦੇ ਅੰਦਰ ਇੱਕ ਪੱਕੀ ਆਦਤ ਹੈ ਬਈ ਪਹਿਰ ਰਾਤ ਰਹਿੰਦੀ ਉੱਠ ਖੜਨਾ, ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਰਾਤ ਦੇ 12 ਵਜੇ ਤੋਂ ਬਾਅਦ 1-1:30 ਦਾ 2 ਵਜੇ ਇਹਨਾਂ ਨੇ ਜਾਗ ਪੈਣਾ। ਹੋਰ ਪਈ ਕੀਨੋ ਇਸ਼ਨਾਨਾ ਵੱਡ ਪਹਿਰੇ ਸੁੰਦਰ ਬਿਦਨਾਨਾ। ਫਿਰ ਦਿਨ ਚੜੇ ਇਸ਼ਨਾਨ ਕਰਦੇ, ਸੁੰਦਰ ਵਸਤਰ ਪਹਿਨਦੇ ਹਨ। ਦਿਵਸ ਚਰੇ ਕਾਲੂ ਗਏ ਹਾਥਾ ਲੈ ਚਟਸਾਰ ਚਲਿਓ ਨਿਜ ਸਾਥਾ। ਹੁਣ ਤੀਜਾ ਦਿਨ ਹੈ। ਤੀਜੇ ਦਿਨ ਮਹਿਤਾ ਕਾਲੂ ਜੀ ਨੇ ਕਿਹਾ ਤ੍ਰਿਪਤਾ ਨੂੰ, ਤ੍ਰਿਪਤਾ ਤਿਆਰ ਕਰ ਦੇ, ਮੈਂ ਛੱਡਿਆ ਵਾਂ ਨਾਨਕ ਨੂੰ ਸਕੂਲੇ, ਕਿਉਂਕਿ ਪਤਾ ਨਹੀਂ ਕੱਲ ਕੀ ਹੋਇਆ, ਇਹ ਤਾਂ ਉੱਥੇ ਜਾ ਕੇ ਪਤਾ ਲੱਗੂ ਨਾ। ਇਸ ਕਰਕੇ ਰੂਟੀਨ ਦੀ ਤਰ੍ਹਾਂ ਜਿਵੇਂ ਪਰਸੋਂ ਛੱਡ ਕੇ ਆਏ ਸੀ, ਕੱਲ ਛੱਡ ਕੇ ਆਏ, ਅੱਜ ਤੀਜਾ ਦਿਨ ਹੈ। ਕਹਿਣ ਲੱਗੇ ਆਪਣੀ ਸਪਤਨੀ ਸਾਡੇ ਮਾਤਾ ਤ੍ਰਿਪਤਾ ਜੀ ਨੂੰ, ਤ੍ਰਿਪਤਾ ਨਾਨਕ ਨੂੰ ਤਿਆਰ ਕਰ ਦੇ। ਤਿਆਰ ਕੀਤਾ, ਨਵੇਂ ਵਸਤਰ ਪਹਿਨਾਏ, ਉਂਗਲ ਫੜੀ ਆ ਪਿਤਾ ਦੀ, ਚੱਲ ਪਏ ਜੀ। ਪਾਂਦੇ ਸੋ ਬੋਲਿਓ ਹਿਤ ਧਰ ਕੇ ਦੇਹੋ ਪੜਾਏ ਹਿਰਦੇ ਰੁਚ ਕਰਕੇ। ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ ਹਨ ਵੀ ਇਹਦੀ 2 ਦਿਨਾਂ 'ਚ ਹੀ ਪਹਾੜੇ ਯਾਦ ਹੋ ਗਏ, ਕਮਾਲ ਹੋ ਗਈ। ਉਹ ਤਾਂ ਸਭ ਕੁਝ ਪਹਿਲਾਂ ਹੀ ਜਾਣਦਾ ਹੈ, ਇਹ ਤਾਂ ਪ੍ਰਗਟ ਹੋਈ ਹੈ ਗੱਲ। ਕਹੋ ਸਤਿਨਾਮ, ਉਹ ਤਾਂ ਪਹਿਲਾਂ ਹੀ ਜਾਣੀ ਜਾਣ ਹੈ। ਇਸ ਕਰਕੇ ਹੁਣ ਕੀ ਹੋਇਆ, ਜਾ ਕੇ ਮਹਿਤਾ ਕਾਲੂ ਬਹੁਤ ਖੁਸ਼ ਹੈ। ਕਹਿੰਦੇ ਪਾਂਡਾ ਜੀ ਠੀਕ ਹੈ, ਤੁਸੀਂ ਬੱਚੇ ਨੂੰ ਠੀਕ ਪੜ੍ਹਾ ਰਹੇ ਹੋ, ਇਸੇ ਤਰ੍ਹਾਂ ਜਲਦੀ ਤੋਂ ਜਲਦੀ ਇਹਨੂੰ ਪੜ੍ਹਾ ਦੇ। ਸੁਣ ਬੋਲਿਓ ਮਨ ਸੋ ਕਰ ਬੰਦਨਾ ਵਿਦਿਆ ਨਿਪੁੰਨ ਮਤ ਨਿਕੰਦਨ। ਕੁਮਤ ਕਹਿੰਦੇ ਮਾੜੀ ਮੱਤ, ਕੁਮਤ ਨਿਕੰਦਨ। ਕਹਿੰਦਾ ਮੈਂ ਕਿਹਨੂੰ ਪੜ੍ਹਾਵਾਂ, ਤੇਰਾ ਪੁੱਤਰ ਤਾਂ ਪਹਿਲਾਂ ਹੀ ਪੜ੍ਹਿਆ ਪੜ੍ਹਾਇਆ ਹੈ। ਮਹਿਤਾ ਕਾਲੂ ਜੀ ਇਹਦੇ ਪੜ੍ਹਾਉਣ ਦੇ ਚੱਕਰ 'ਚ ਨਾ ਪਾਓ, ਇਹ ਤਾਂ ਵਿਦਿਆ ਵਿੱਚ ਪਹਿਲਾਂ ਹੀ ਨਿਪੁੰਨ ਹੈ, ਸਭ ਜਾਣਦਾ ਹੈ, ਪੜ੍ਹਿਆ ਹੋਇਆ ਹੈ। ਇਹ ਤਾਂ ਸਾਡੀ ਕੁਮਤ ਨੂੰ, ਮਾੜੀ ਮੱਤ ਨੂੰ ਨਿਕੰਦਨ ਖਤਮ ਕਰਨ ਵਾਲਾ ਹੈ। ਇਸ ਤੇ ਅਧਿਕ ਜੋ ਹੋਏ ਪੜਾਵੇ ਜਗਤ ਮਾਏ ਸਮ ਕੋ ਨਾ ਦਿਸਾਵੇ। ਇਹਨੂੰ ਕੌਣ ਪੜਾਵੇ ਬਈ, ਇਹ ਤਾਂ ਕੱਲ ਮੈਨੂੰ ਪੜਾ ਗਿਆ। ਕਹੋ ਸਤਨਾਮ। ਅੱਜ ਦੱਸਦਾ ਪਾਂਡਾ ਤੀਸਰੇ ਦਿਨ, ਮਹਿਤਾ ਜੀ ਇਹ ਤਾਂ ਕੱਲ ਮੈਨੂੰ ਪੜਾ ਗਿਆ, ਇਹਨੂੰ ਉਹ ਪੜਾ ਸਕਦਾ ਇਹ ਤੋਂ ਵੱਧ ਪੜਿਆ ਹੋਵੇ, ਪਰ ਇਹ ਤੋਂ ਵੱਧ ਪੜਿਆ ਹੁਣ ਕੋਈ ਨਹੀਂ ਹੈ। ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ, ਬਾਣੀ ਦਾ ਬਚਨ ਹੈ। ਜਿਨ੍ਹਾਂ ਦਾ ਗੁਰੂ ਨਾਨਕ ਹੋਵੇ ਉਹਨਾਂ ਨੂੰ ਕੋਈ ਕੀ ਗਿਆਨ ਦੇਵੇ, ਤੇ ਫਿਰ ਸਾਡੇ ਗੁਰੂ ਨਾਨਕ ਨੂੰ ਕਿਹੜਾ ਗਿਆਨ ਦੇਵੇ। ਕੋ ਸਤਨਾਮ, ਉਹ ਤਾਂ ਸਾਰਿਆਂ ਦੇ ਗਿਆਨ ਦੇ ਦਾਤੇ ਹਨ। ਪਾਂਡਾ ਜੀ ਕਹਿੰਦੇ ਮਹਿਤਾ ਕਾਲੂ ਇਹ ਤਾਂ ਸਰਵ ਕਲਾ ਸਮਰੱਥ ਹੈ। ਦੋਹਰਾ ਸੁਤ ਕੋ ਸੁਤ ਨ ਜਾਣਿਓ ਹੈ ਕਹਿ ਕੋ ਅਵਤਾਰ। ਪਰ ਮੈਂ ਸੱਚ ਕਹਿਣਾ, ਮਹਿਤਾ ਗੱਲ ਮੇਰੀ ਪੱਕੀ ਮੰਨੀ ਵੀ ਤੇਰਾ ਪੁੱਤਰ ਨੂੰ
ਕੇਵਲ ਪੁੱਤਰ ਨਾ ਸਮਝ, ਇਹ ਜ਼ਰੂਰ ਕੋਈ ਪਰਮੇਸ਼ਰ ਦਾ ਰੱਬੀ ਅਵਤਾਰ ਹੈ ਜੀ। ਬਿਨਾ ਪੜ੍ਹੇ ਹੀ ਪੜ੍ਹ ਰਹੋ ਸਭਨ ਪੜਾਵਨਹਾਰ। ਇਹਨੂੰ ਮੈਂ ਕਿੰਨਾ ਕੁ ਪੜਾਇਆ, ਮੈਂ ਤਾਂ ਪਹਾੜੇ ਹੀ ਸਿਖਾਏ ਸੀ, ਇਹ ਤਾਂ ਕੱਲ ਮੈਨੂੰ ਬਹੁਤ ਪੜਾ ਗਿਆ ਔਰ ਇਹ ਤਾਂ ਦੁਨੀਆ ਨੂੰ ਪੜਾਉਣ ਆਇਆ ਲੱਗਦਾ ਹੈ। ਚੌਪਈ ਇਸ ਪੜ੍ਹਨੇ ਕੋ ਪਰੇ ਨਾ ਖਿਆਲੇ ਸਭ ਕਰਤਾ ਜੋ ਵਿਦਿਆ ਜਾਲੇ। ਇਹ ਤਾਂ ਉਹ ਆ ਜਿਹੜਾ ਵਿਦਿਆ ਨੂੰ ਬਣਾਉਣ ਵਾਲਾ ਹੈ, ਜਿਹਨੇ ਏਕਾ ਦੂਆ 35 ਇਹ ਸਾਰੇ ਅੱਖਰ ਜਿਹਨੇ ਬਣਾਏ ਆ। ਇਹ ਤਾਂ ਮੈਨੂੰ ਉਹ ਲੱਗਦਾ ਹੈ, ਇਹਨੂੰ ਪੜਾਉਣ ਦੀ ਲੋੜ ਨਹੀਂ, ਇਹਨੂੰ ਪੜਾਉਣ ਦਾ ਖਿਆਲ ਛੱਡ ਦਿਓ, ਇਹ ਤਾਂ ਪਹਿਲਾਂ ਹੀ ਪੜ੍ਹਿਆ ਲਿਖਿਆ ਹੈ। ਦੀਪ ਦਿਪਾਏ ਬਿਰਤਾਸ ਸਮਾਹੇ ਤਮ ਹਰ ਬੇਕੋ ਨਰ ਉਦਤਾਏ। ਇਹ ਤਾਂ ਸੰਸਾਰ ਦੇ ਵਿੱਚ ਗਿਆਨ ਦਾ ਦੀਵਾ ਬਣ ਕੇ ਆਇਆ ਹੈ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ। ਔਰ ਜਿਹੜਾ ਵੀ ਇਸ ਦੇ ਨਾਲ ਜੁੜੇਗਾ ਉਹਨਾਂ ਦਾ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ ਫੀਕੀ ਪ੍ਰਭਾ ਪਰੇ ਅਗਤਾਸਾ। ਔਰ ਇੱਕ ਦੀਵਾ ਵਿਚਾਰਾ ਇਸ ਗਿਆਨ ਦੇ ਸੂਰਜ ਨੂੰ ਕੀ ਰੋਸ਼ਨੀ ਦੇ ਸਕਦਾ ਹੈ। ਸ਼ਾਇਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਫਿਰ ਇਸੇ ਹੀ ਗੱਲ ਤੋਂ ਲੈ ਕੇ ਆਪਣੀ ਵਾਰ ਦੀ ਪੌੜੀ ਰਚ ਦਿੱਤੀ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਜਿਵੇਂ ਸੂਰਜ ਚੜ੍ਹਦਿਆਂ ਸਾਨੂੰ ਤਾਰੇ ਦਿਖਾਈ ਨੇ, ਤਾਰੇ ਹੁਣ ਵੀ ਹੈਗੇ ਆ, ਪਰ ਸੂਰਜ ਦਾ ਪ੍ਰਕਾਸ਼ ਹੀ ਇੰਨਾ ਹੈ ਕਿ ਉਹਨਾਂ ਦਾ ਪ੍ਰਕਾਸ਼ ਖਤਮ ਹੋ ਗਿਆ। ਕਹੋ ਸਤਿਨਾਮ। ਆਪਾਂ ਨੂੰ ਦਿਖਾਈ ਨਹੀਂ ਦਿੰਦੇ, ਉਹ ਹਨੇਰੇ ਵਿੱਚ ਹੀ ਦਿਖਾਈ ਦੇਣਗੇ ਰਾਤ ਨੂੰ। ਇਸੇ ਤਰ੍ਹਾਂ ਹੀ ਪਾਂਡਾ ਜੀ ਕਹਿਣ ਲੱਗੇ ਇਸ ਦੇ ਗਿਆਨ ਅੱਗੇ ਤਾਂ ਮੇਰਾ ਗਿਆਨ ਕੁਛ ਵੀ ਨਹੀਂ। ਇੱਕ ਸੂਰਜ ਨੂੰ ਦੀਵਾ ਕੀ ਪੜਾ ਸਕਦਾ ਹੈ। ਸੁਤ ਉਸਤਤ ਸੁਨ ਛਤਰ ਮੈਂ ਕਾਲੋ ਬਿਨ ਸ਼ਰਦਾਰ ਹਰਖ ਵਿਸਾਲੋ। ਬਿਨ ਸ਼ਰਦਾ ਬਈ ਸ਼ਰਧਾ ਤਾਂ ਹੈ ਨਹੀਂ, ਲੱਗਦਾ ਤਾਂ ਪੁੱਤਰ ਹੀ ਆ ਉਹਨਾਂ ਨੂੰ ਆਪਣਾ। ਪਰ ਜਦੋਂ ਕੋਈ ਸਿਫਤ ਕਰਦਾ ਨਾ, ਉਦੋਂ ਮੈਂ ਤਾਂ ਕਾਲੂ ਅੰਦਰੇ ਅੰਦਰੀ ਖੁਸ਼ ਬਹੁਤ ਹੁੰਦਾ ਵੀ ਯਾਰ ਮੈਨੂੰ ਕਿਉਂ ਨਹੀਂ ਸਮਝ ਆ ਰਹੀ। ਉਹ ਦਿਨ ਹਰਦਿਆਲ ਵੀ ਕਹਿੰਦਾ ਸੀਗਾ ਵੀ ਤੇਰਾ ਪੁੱਤਰ ਕੇਵਲ ਪੁੱਤਰ ਨਾ ਸਮਝ, ਇਹ ਪਰਮੇਸ਼ਰ ਦਾ ਅਵਤਾਰ ਹੈ। ਅੱਜ ਇਹ ਪਾਂਡਾ ਵੀ ਕਹੀ ਜਾਂਦਾ ਹੈ। ਅੰਦਰੋਂ ਅੰਦਰੀ ਖੁਸ਼ ਤਾਂ ਬਹੁਤ ਹੋਇਆ, ਪਰ ਅਣਮੰਨਿਆ ਜੇ ਮਨ ਨਾਲ। ਹਟ ਕਰ ਘਰ ਆਵਤ ਪਾਸੋ ਹੋ ਕਰਨ ਲੱਗਿਓ ਕਾਰਜ ਨਿਜ ਜੋ। ਔਰ ਘਰੇ ਮੋੜ ਲਿਆਇਆ ਬਾਬੇ ਨਾਨਕ ਨੂੰ। ਪਾਂਦੇ ਨੇ ਕਹਿਤਾ ਸਿੱਧਾ ਵੀ ਇਹਨੂੰ ਪੜਾਉਣ ਦੀ ਲੋੜ ਨਹੀਂ, ਤਾਂ ਪੜ੍ਹਿਆ ਲਿਖਿਆ ਪਹਿਲਾਂ ਹੀ, ਮੈਂ ਕੀ ਪੜਾਵਾਂ, ਮੈਂ ਤਾਂ ਆਪ ਨਹੀਂ ਪੜ੍ਹਿਆ ਉਹਨਾਂ ਜਿੰਨਾ ਇਹ ਪੜ੍ਹਿਆ। ਕਹੋ ਸਤਿਨਾਮ। ਤਾਂ ਮਹਿਤਾ ਕਾਲੂ ਜੀ ਗੁਰੂ ਨਾਨਕ ਪਾਤਸ਼ਾਹ ਆਪਣੇ ਪੁੱਤਰ ਨੂੰ ਘਰੇ ਮੋੜ ਕੇ ਲੈ ਆਉਂਦੇ ਹਨ ਔਰ ਫਿਰ ਆਪਣੇ ਕੰਮ ਕਾਜ ਵਿੱਚ ਲੱਗ ਜਾਂਦੇ ਹਨ। ਸ਼੍ਰੀ ਨਾਨਕ ਕੀ ਇੱਛਾ ਜਿਵਾ ਵਿਚਰੇ ਬਾਲਕ ਮੈਂ ਮਿਲਤੇ ਵਾ। ਔਰ ਨਾਨਕ ਜੀ ਨੂੰ ਛੱਡ ਦਿੱਤਾ, ਜਿਹੜਾ ਕੋਈ ਝੋਲਾ ਝਾਲਾ ਸੀ ਥੈਲਾ ਮਾੜਾ ਮੋਟਾ ਕੈਦੀ ਵਾਲਾ ਰੱਖ ਦਿੱਤਾ ਪਾਸੇ ਗੁਰੂ ਪਿਆਰਿਓ। ਔਰ ਫਿਰ ਬਾਬਾ ਨਾਨਕ ਜੀ ਵੀ ਆਪਣੇ ਸਾਥੀਆਂ ਨਾਲ ਵਿਚਰੇ ਬਾਲਕ ਮਹਿ ਮਿਲਤ ਹੈ ਵਾ। ਜਿੱਧਰ ਜੀ ਕਰਦਾ ਹੈ ਚਲੇ ਜਾਂਦੇ ਖੇਡਣ ਲਈ ਦੋਹਰਾ। ਵਾਸਤਕ ਆਵਤ ਦਿਪਤ ਦੁੱਤ ਚਿਤ ਮੋਹਤ ਨਰਬਾਲ। ਔਰ ਸਤਿਗੁਰੂ ਨਾਨਕ ਦੇਵ ਜੀ ਦਾ ਮੱਥਾ ਬੜਾ ਪ੍ਰਕਾਸ਼ਮਾਨ ਹੈ। ਕਿਸੇ ਦੇ ਚਿਹਰੇ ਨੂੰ ਦੇਖ ਕੇ ਕਈ ਵਾਰੀ ਸਾਨੂੰ ਖੁਸ਼ੀ ਚੜ੍ਹਦੀ ਹੈ, ਕਿਸੇ ਦੇ ਚਿਹਰੇ ਨੂੰ ਦੇਖ ਕੇ ਕਈ ਵਾਰੀ ਅੰਦਰ ਸਾਡੇ ਫੀਲਿੰਗ ਜਿਹੜੀ ਹੈ ਦੁਖਦਾਈ ਪੈਦਾ ਹੋ ਜਾਂਦੀ ਹੈ। ਕਹੋ ਸਤਿਨਾਮ। ਪਰ ਇਹ ਬਾਬਾ ਨਾਨਕ ਦਾ ਚਿਹਰਾ ਜਿਹੜਾ ਸੁੰਦਰ ਸਰੂਪ ਹੈ ਨਾ, ਇਹਨਾਂ ਨੂੰ ਦੇਖ ਕੇ ਹੀ ਸੰਸਾਰ ਨੂੰ ਚਾਅ ਚੜ੍ਹ ਜਾਂਦਾ ਹੈ। ਬਚਪਨ ਵਿੱਚ ਵੀ ਆਪਾਂ ਪੜ੍ਹੀਆਂ ਪਿੱਛੇ ਸਾਖੀਆਂ ਬਈ ਜਿਹੜੀਆਂ ਬੀਬੀਆਂ ਟੱਕਰਦੀਆਂ ਇਹਨਾਂ ਨੂੰ ਖੇਡਦੇ ਨੂੰ ਗਲੀ 'ਚ, ਉਹ ਚੱਕ ਲੈਂਦੀਆਂ ਗੋਦ। ਜਾਂ ਜਦੋਂ ਘਰੇ ਆਉਂਦੀਆਂ ਵਿਹੜੇ ਵਿੱਚ ਛੋਟੇ ਰੁੜਦੇ ਹੁੰਦੇ ਜਦੋਂ, ਉਹ ਵੀ ਜਿਹੜੀ ਬੀਬੀ ਕੋਈ ਆਉਂਦੀ ਆਂਢ ਗੁਆਂਢ ਦੀ, ਕੋਈ ਸ਼ਰੀਕੇ ਕਬੀਲੇ ਦੀ ਮਿਲਣ ਵਾਸਤੇ ਕੰਮ ਕਾਰ ਆਉਂਦੀ ਮਾਤਾ ਤ੍ਰਿਪਤਾ ਕੋਲੇ, ਉਹ ਆ ਕੇ ਪਹਿਲਾਂ ਨਾਨਕ ਜੀ ਨੂੰ ਚੱਕਦੀ ਆ। ਕਹੋ ਸਤਿਨਾਮ। ਔਰ ਬੜਾ ਮੋਹ ਕਰਦੇ ਆਂਢ ਗੁਆਂਢ ਦੇ ਸਾਰੇ ਸੰਗੀ, ਸਾਰੀਆਂ ਬੀਬੀਆਂ ਮਨੁੱਖਿਆ। ਇਸ ਤਰ੍ਹਾਂ ਬਾਬੇ ਨਾਨਕ ਦਾ ਚਿਹਰਾ ਜਿਹੜਾ ਹੈ, ਮੱਥਾ ਜਿਹੜਾ ਹੈ, ਇਤਨਾ ਪ੍ਰਕਾਸ਼ਮਾਨ ਹੈ ਕਿ ਦੁਤੀਆ ਚਿਤ ਮੋਹਤ ਨਰਬਾਲ। ਉਹ ਦੂਸਰੇ ਹਰੇਕ ਨੂੰ ਮੋਹ ਲੈਣ ਵਾਲਾ ਸੁੰਦਰ ਸਰੂਪ ਹੈ। ਕਮਲ ਦਲਨ ਸੇ ਦ੍ਰਿਗ ਲਲਤ ਆਲੇ ਲਾਜ ਵਿਸਾਲ। ਔਰ ਚਿਹਰਾ ਤਾਂ ਮੋਹ ਲੈਣ ਵਾਲਾ ਹੈ ਹੀ। ਨੇਤਰ ਹੈ ਜਿਹੜੇ ਉਹਨਾਂ ਦੇ, ਜਦੋਂ ਕਮਲ ਵਰਗੇ ਨੇਤਰਾਂ ਦੇ ਰਾਹੀਂ ਬੱਚਿਆਂ ਵੱਲ ਦੇਖਦੇ ਹਨ ਤੇ ਸਾਰੇ ਮੋਹੇ ਜਾਂਦੇ ਹਨ। ਚੌਪਈ ਦਸਨ ਦਮਕ ਅਦਰਨ ਮਦੈਸੇ ਗਿਰਾ ਸਦਨ ਹਰਿਆਵਲ ਜੈਸੇ। ਭਾਈ ਸੰਤੋਖ ਸਿੰਘ ਜੀ ਕਵੀ ਸਤਿਗੁਰਾਂ ਦੇ ਸੁੰਦਰ ਸਰੂਪ ਦੀ ਸਿਫਤ ਕਰਦੇ ਆ, ਮਹਿਮਾ ਕਰਦੇ ਆ। ਕਹਿੰਦੇ ਜਿਨ੍ਹਾਂ ਦੇ ਸੁੰਦਰ ਮੱਥਾ ਚੌੜਾ,
ਮੋਟੇ ਨੇਤਰ ਔਰ ਦੰਦ ਉਹਨਾਂ ਦੇ ਜਿਹੜੇ ਮੂਹਰਲੇ ਨਿਕਲੇ ਹਨ ਚਾਰਕ, ਕਹਿੰਦੇ ਉਹ ਬੜੇ ਸੁੰਦਰ ਚਿੱਟੇ ਦੰਦ ਚਮਕਦੇ ਹਨ। ਗਿਰਾ ਸਦਨ ਹੀ ਰਾਵਲ ਜੈਸੇ, ਭਾਵ ਗਿਰਾ ਸਦਨ ਬੋਲਣ ਵਾਲਾ ਘਰ, ਭਾਵ ਮੂੰਹ ਦੇ ਵਿੱਚ ਜਿਹੜੇ ਸੁੰਦਰ ਦੰਦ ਹਨ, ਐਂ ਲੱਗਦਾ ਜਿਵੇਂ ਹੀਰਿਆਂ ਦੀ ਲੜੀ ਜੜੀ ਹੋਵੇ। ਭੁਜ ਸੁੰਦਰ ਕਰ ਸਜਤ ਕੈਯੂਰਾ, ਕਲ ਕੁੰਡਲ ਸ਼ਰੋਰਨ ਛਬਰੂਰਾ। ਉਹ ਲੰਬੀਆਂ ਸੁੰਦਰ ਬਾਹਾਂ ਉਹਨਾਂ ਦੀਆਂ ਗੁਰੂ ਪਿਆਰਿਓ, ਔਰ ਇਸੇ ਤਰ੍ਹਾਂ ਹੱਥ ਜਿਹੜੇ ਉਹਨਾਂ ਦੇ ਉਂਗਲਾਂ ਹਨ ਇਹ ਬੜੀਆਂ ਸੁੰਦਰ ਹਨ, ਔਰ ਉਹਨਾਂ ਦੇ ਉੱਪਰ ਲੱਗੇ ਹੋਏ ਸੁੰਦਲ ਨੌ ਬੜੇ ਸੋਹਣੇ ਲੱਗਦੇ ਆ। ਕਲ ਕੁੰਡਲ ਸ਼ਰੋਨਨ ਸ਼ਬਰੂਰਾ, ਔਰ ਕੁੰਗਰਾਲੇ ਬਾਲ ਜੋ ਚਿਹਰੇ ਸਿਰ ਉੱਪਰ ਛੋਟੇ ਛੋਟੇ ਆਏ ਹਨ ਉਹ ਹੋਰ ਵੀ ਚਮਕ ਨੂੰ ਵਧਾਉਂਦੇ ਆ। ਜੇ ਹੀਰੇ ਕਰਨਾ ਕੀ ਕੋਰਾ, ਤਾਹੇ ਭਉ ਦਿੱਤ ਤੇ ਦੇ ਤੋਰਾ। ਹਾਂ, ਕੋਰ ਕਹਿੰਦੇ ਆ ਇੱਥੋਂ ਦੀ ਵੇਖਣਾ, ਕਿਸੇ ਵੱਲ ਥੋੜਾ ਜਿਹਾ ਐਦਾਂ ਟੇਢੀ ਅੱਖ ਨਾਲ ਦੇਖਣਾ, ਤੇ ਉਸ ਦੇਖਣ ਦੀ ਅੰਦਰਲਾ ਖਿਆਲ ਕੈਸਾ ਹੈ। ਕਿਰਪਾ ਕਟਾਖੇ ਅਵਲੋਕਨ ਕੀਨੋ, ਜੇ ਕਿਰਪਾ ਭਰੀ ਨਿਗਾਹ ਨਾਲ ਦੇਖਿਆ ਤੇ ਦਾਸ ਕਾ ਦੁੱਖ ਵਿਦਾਰਿਓ, ਫਿਰ ਸਾਰੇ ਦੁੱਖਾਂ ਦਾ ਖਾਤਮਾ ਕਰ ਦੇਣ। ਤੇ ਨਜ਼ਰ ਪੱਠੀ ਜੇ ਕਰੇ, ਜੇ ਗੁੱਸੇ ਨਾਲ ਦੇਖਣ ਤਾਂ ਵੱਡੇ ਵੱਡੇ ਰਾਜਿਆਂ ਨੂੰ ਕੰਗਾਲ ਕਰ ਦੇਣ। ਕਹੋ ਸਤਿਨਾਮ ਬਾਣੀ ਦੇ ਬਚਨਾ। ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਤੇ ਦੂਜੇ ਪਾਸੇ ਰਾਜੇ ਸ਼ਾਹਜਹਾਂ ਨੇ ਸੁਣਿਆ ਸੀਗਾ ਬਚਨ, ਕਹਿੰਦੇ ਜੇ ਉਹ ਟੇਢੀ ਨਜ਼ਰ ਨਾਲ ਦੇਖੇ ਤਾਂ ਫਿਰ ਇੰਨਾ ਕਮਜ਼ੋਰ ਕਰ ਦੇਵੇ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਂਦਾ। ਇੱਥੇ ਹੀ ਨਹੀਂ ਬਸ, ਕਹਿੰਦੇ ਦਰ ਮੰਗਣ ਭਿੱਖ ਨਾ ਪਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਉਹਦਾ ਨਜ਼ਰ ਹੈ, ਤੇ ਉਹ ਨਜ਼ਰ ਅੱਜ ਬਾਬੇ ਨਾਨਕ ਵਿੱਚ ਆਈ ਹੋਈ ਹੈ ਦੁਨੀਆ ਤੇ। ਕਹਿੰਦੇ ਜਿਸ ਦੇ ਵੱਲ ਇਹ ਕੋਰ ਰਾਹੀਂ ਦਇਆ ਕਰਕੇ ਦੇਖਦੇ ਹਨ, ਭਵ ਸਾਗਰ ਤੋਂ ਪਾਰ ਕਰ ਦੇਣ। ਇੱਕ ਬਾਸੁਰ ਕਾਗਦ ਕਚਲੀ ਨੇ, ਲਗ ਪੋਤੀ ਸੀ ਕਰੇ ਅਸੀਨੇ। ਇੱਕ ਦਿਨ ਦੀ ਹੋਰ ਗੱਲ ਸੁਣਾਉਂਦੇ ਆ ਭਾਈ ਸੰਤੋਖ ਸਿੰਘ ਜੀ ਕਵੀ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਗਲੀ ਵਿੱਚ ਬੈਠੇ ਆ ਸਾਰੇ ਬੱਚੇ, ਆਸੇ ਪਾਸੇ ਬੈਠੇ ਗੱਲਾਂ ਸੁਣ ਰਹੇ ਆ। ਲਘੂ ਪੋਥੀ ਸੀ, ਛੋਟੀ ਜੀ ਕਿਤਾਬ, ਉਹੀ ਘਰੋਂ ਚੱਕ ਲਈ। ਛੋਟੀ ਜੀ ਕਿਤਾਬ ਹੈ ਕੋਈ, ਤੇ ਲੈ ਕੇ ਬੈਠੇ ਨੇ ਮੂਹਰੇ ਐ ਰੱਖ ਕੇ ਕਿਤਾਬ ਨੂੰ, ਤੇ ਬੱਚਿਆਂ ਨੂੰ ਗੱਲਾਂ ਸੁਣਾ ਰਹੇ ਨੇ। ਜੈ ਜੈ ਕੁਲਪ ਜੇ ਜੋ ਜੋ ਹੋ, ਦੇਖ ਬੜਨ ਸਿਸ ਖੇਲੇ ਸੋ। ਇੱਥੇ ਸੰਤੋਖ ਸਿੰਘ ਜੀ ਲਿਖਦੇ ਆ, ਜਿਹੜੀ ਕੁਲ ਵਿੱਚ ਬੱਚਾ ਪੈਦਾ ਹੁੰਦਾ ਹੈ ਆਪਣੇ ਮਾਂ ਪਿਓ ਨੂੰ ਜਿਹੋ ਜਿਹਾ ਕੰਮ ਕਰਦਾ ਉਹੋ ਜਿਹਾ ਉਹ ਜ਼ਰੂਰ ਕਰਦਾ। ਜਿਵੇਂ ਭਗਤ ਸਿੰਘ ਦੀ ਗੱਲ ਕਰੀਏ ਤੇ ਉਹ ਬੋਕਰ ਦੇ ਡੱਕੇ ਤੋੜ ਕੇ ਧਰਤੀ 'ਚ ਗੱਡ ਕੇ ਪਾਣੀ ਪਾਈ ਜਾਂਦਾ, ਤੇ ਪੁੱਛਦੇ ਆ ਘਰ ਦੇ ਮੈਂਬਰ, ਪੁੱਤ ਕੀ ਕਰਦਾ? ਕਹਿੰਦਾ ਦੰਬੂਕਾਂ ਬੀਜਦਾ। ਕਿਉਂ? ਅੰਗਰੇਜ਼ਾਂ ਨੂੰ ਕੱਢਾਂਗੇ। ਕਿਉਂਕਿ ਉਦੋਂ ਲੜਾਈ ਚੱਲਦੀ ਸੀ। ਉਹਦਾ ਚਾਚਾ ਜਿਹੜਾ ਅਜੀਤ ਸਿੰਘ ਉਹ ਵੀ ਆਜ਼ਾਦੀ ਘੁਲਾਟੀਆ ਰਿਹਾ। ਮਿਸਤਰੀਆਂ ਦਾ ਬੱਚਾ ਹੈ, ਤੇ ਉਹ ਤੇਸੇ ਦੇ ਨਾਲ ਸੰਦਾਂ ਦੇ ਨਾਲ ਹੱਥ ਬੰਨ ਆਪਣਾ ਲਾਉਂਦਾ, ਉਹਨਾਂ ਸੰਦਾਂ ਨੂੰ ਛੇੜਦਾ ਹੈ ਔਰ ਕੋਸ਼ਿਸ਼ ਕਰਦਾ ਮੈਂ ਵੀ ਬਾਪੂ ਵਾਂਗੂ ਕਰਾਂ। ਮਹਿਤਾ ਕਾਲੂ ਜੀ ਦਾ ਕੰਮ ਕਿਤਾਬਾਂ ਨੂੰ ਫਰੋਲਣਾ ਹੈ, ਪਰ ਇੱਥੇ ਕੇਵਲ ਬਾਬਾ ਨਾਨਕ ਕਿਤਾਬ ਲੈ ਕੇ ਨਹੀਂ ਬੈਠਾ। ਕੀ ਕਰਦਾ ਹੈ? ਘਰ ਮੈਂ ਗਏ ਕਰੇ ਤਿਉ ਲੀਲਾ, ਪਤ ਤੋਂ ਧਾਰਨ ਬਿਰਦ ਕਹੀਲਾ। ਹਾਂ, ਜਿਵੇਂ ਕੋਈ ਆਪਣੇ ਵੱਡਿਆਂ ਨੂੰ ਵੇਖਦਾ ਬੱਚੇ ਉਵੇਂ ਕਰਨ ਲੱਗ ਜਾਂਦੇ ਹਨ। ਤੇ ਇੱਧਰ ਬਾਬਾ ਨਾਨਕ ਵੀ ਅੱਜ ਬੱਚਿਆਂ ਵਿੱਚ ਬੈਠਾ ਹੈ। ਇੱਕ ਛੋਟੀ ਜੀ ਕਿਤਾਬ ਲਈ ਆ, ਉਹਨੂੰ ਖੋਲਿਆ ਹੋਇਆ ਹੈ ਦੋਹਰਾ। ਕਾਲੂ ਚਲ ਤਿਸ ਕਾਲ ਮੈਂ, ਆਏ ਲਾਲ ਕਲ ਦੇਖ। ਔਰ ਕੁਦਰਤੀ ਮਹਿਤਾ ਕਾਲੂ ਜੀ ਆਪਣੇ ਪਟਵਾਰ ਦੇ ਕੰਮ ਚੋਂ ਟਾਈਮ ਕੱਢ ਕੇ ਘਰ ਵੱਲ ਜਾ ਰਹੇ ਨੇ, ਤੇ ਕੀ ਵੇਖਦੇ ਐ? ਨਾਨਕ ਬੜਾ ਗਿਆਨੀ ਬਣਿਆ ਹੋਇਆ, ਔਰ ਕਿਤਾਬ ਨੂੰ ਖੋਲ ਕੇ ਤੇ ਬੜੇ ਬਚਨ ਸੁਣਾ ਰਹੇ ਆ ਬੱਚਿਆਂ ਨੂੰ। ਬੋਲਿਓ ਬੋਲ ਬਿਲਾਸ ਕੇ, ਪ੍ਰੇਮ ਧਰੇ ਜੋ ਵੇਖ। ਔਰ ਫਿਰ ਸਿਆਣਾ ਬੰਦਾ ਬੱਚਿਆਂ ਨਾਲ ਬੱਚਾ ਹੀ ਹੋ ਜਾਂਦਾ। ਮਹਿਤਾ ਕਾਲੂ ਜੀ ਕਹਿੰਦੇ, ਪੁੱਤ ਇਹ ਤੂੰ ਕੀ ਪੜ੍ਹੀ ਜਾਣਾ? ਚੌਪਈ ਕਹੋ ਤਾਤ ਕਾਗਦ ਕਰ ਲੀਨੇ, ਕਿਆ ਤੁਮ ਪੜੋ ਸੇ ਸੁਨ ਮੈਂ ਪੀਨੇ। ਮੈਨੂੰ ਵੀ ਸੁਣਾ ਦੇ ਯਾਰ, ਮੈਂ ਵੀ ਖੁਸ਼ ਹੋ ਜਾ। ਕੀ ਪੜ੍ਹੀ ਜਾਣਾ ਪੁੱਤ? ਇਹ ਕਾਗਜ਼ਾਂ ਤੇ ਕਾਪੀ ਤੇ ਕਿਤਾਬ ਤੇ ਕੀ ਲਿਖਿਆ ਹੈ? ਲੈਕਨਾ ਤੁਤ ਹਿਰਤ ਕਾਹੋ, ਰਿਦਾ ਲਗਾਇਓ ਕਾਗਦ ਮਾਹੋ। ਬੜਾ ਡੁੱਬਿਆ ਹੋਇਆ ਕਿਤਾਬ 'ਚ, ਨਾਇਕ ਥੋੜਾ ਜਿਹਾ ਵੀ ਇੱਧਰ ਉੱਧਰ ਝਾਕਦਾ ਨਹੀਂ। ਇਹ ਕੀ ਲਿਖਿਆ ਕਿਤਾਬ 'ਚ? ਅੱਜ ਪਹਿਲੀ ਵਾਰ ਮਹਿਤਾ ਕਾਲੂ ਜੀ ਬੈਠੇ, ਕਿਉਂਕਿ ਪੜ੍ਹਿਆ ਤਾਂ ਹੈ ਹੀ ਨਹੀਂ। ਤੀਜੇ ਦਿਨ ਤਾਂ ਆਪਣੇ ਵਾਪਸ ਮੋੜ ਦਿੱਤਾ ਪਾਂਦੇ ਨੇ, ਕਹਿੰਦੇ ਪੜ੍ਹਿਆ ਲਿਖਿਆ।
ਮਹਿਤਾ ਕਾਲੂ ਜੀ ਕਹਿੰਦੇ ਪੁੱਤ ਮੈਂ ਵੀ ਸੁਣਾ ਭਲਾ ਤੂੰ ਕੀ ਪੜ੍ਹਦਾ ਕਿਤਾਬ ਚੋਂ। ਜੋ ਪੰਡਤ ਬੇਦਾਤ ਵਿਚਾਰਤ ਨੈਕ ਨਾ ਮਨ ਕੋ ਕਿਤੋਂ ਟਾਰਤ। ਜਿਵੇਂ ਕੋਈ ਪੰਡਿਤ ਕੋਈ ਗਿਆਨੀ ਆਪਣੇ ਵੇਦ ਬਿਆੰਤਾਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਦੀ ਵਿਚਾਰ ਕਰ ਰਿਹਾ ਹੋਵੇ, ਬੜੇ ਡੁੱਬੇ ਹੋਏ ਹੋ ਕਿਤਾਬਾਂ ਦੇ ਵਿੱਚ, ਕੀ ਪੜ੍ਹ ਕੇ ਸੁਣਾ ਰਹੇ ਹੋ ਮੈਨੂੰ ਵੀ ਸੁਣਾ ਦੇ। ਸੁਣ ਕਰ ਪਿਤਾ ਬਚਨ ਕੋ ਬੋਲੇ ਸੰਪਟ ਬੇਧਰਮ ਅੰਮ੍ਰਿਤ ਖੋਲੇ। ਸੰਪਟ ਬ੍ਰਿੰਦਮ ਬੰਦ ਮੂੰਹ ਸੁੰਦਰ ਦੰਦ ਖੋਲ ਕੇ ਅੰਮ੍ਰਿਤਮਈ ਬਚਨ ਕਹਿ ਕੇ ਬਾਬਾ ਨਾਨਕ ਜੀ ਕੀ ਜਵਾਬ ਦਿੰਦੇ ਆ। ਸਬਤ ਸ਼ਲੋਕੇ ਪੜ੍ਹੋ ਗੀਤਾ ਅਰਥ ਵਿਚਾਰੋ ਤੈ ਕਰ ਪ੍ਰੀਤਾ। ਅਸੀਂ ਬਾਪੂ ਜੀ ਗੀਤਾ ਪੜ੍ਹਦੇ ਆ। ਗੀਤਾ ਹੁਣ ਉਦੋਂ ਗੀਤਾ ਦਾ ਚੱਲਣ ਸੀਗਾ, ਵੇਦਾਂ ਦਾ ਚੱਲਣ ਸੀਗਾ, ਲੋਕ ਗੀਤਾ ਪੜ੍ਹਦੇ ਸੀਗੇ। ਗ੍ਰੰਥ ਸਾਹਿਬ ਤਾਂ ਉਦੋਂ ਬਾਅਦ ਸਾਜੇ ਗਏ ਜਦੋਂ ਬਾਬੇ ਨਾਨਕ ਨੇ ਕਾਰਵਾਈ ਸ਼ੁਰੂ ਕੀਤੀ ਸਾਰੀ। ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪਹਿਲਾਂ ਲੋਕ ਵੇਦ ਪੜ੍ਹਦੇ, ਗੀਤਾ ਪੜ੍ਹਦੇ, ਪੁਰਾਣ ਪੜ੍ਹਦੇ, ਹਿੰਦੂ ਲੋਕ ਔਰ ਮੁਸਲਮਾਨ ਵੀ ਜਿਹੜੇ ਕੁਰਾਨ ਪੜ੍ਹਦੇ ਆਪਣੀ। ਤਾਂ ਇਹ ਗੀਤਾ ਮਸ਼ਹੂਰ ਸੀਗੀ। ਬਾਬਾ ਨਾਨਕ ਜੀ ਕਹਿੰਦਾ ਬਾਪੂ ਅਸੀਂ 7 ਸ਼ਲੋਕੀ ਗੀਤਾ ਪੜ੍ਹਦੇ ਹਾਂ। ਵੈਸੇ ਗੀਤਾ ਦੇ 7 ਹੀ ਸ਼ਲੋਕ ਆ। ਉਹਨਾਂ 7 ਸ਼ਲੋਕਾਂ ਦਾ ਵਿਸਥਾਰ ਕਰਕੇ ਹੀ ਗੀਤਾ ਨੂੰ ਵੱਡੀ ਕੀਤਾ ਗਿਆ। ਕੋਈ ਸਤਿਨਾਮ ਸ੍ਰੀ ਭਗਵਤ ਗੀਤਾ ਜਿਹੜੀ ਉਹ ਭਗਵਤ ਗੀਤਾ ਉਹਨਾਂ 7 ਸ਼ਲੋਕਾਂ ਦੇ ਅਰਥ ਕਰਕੇ ਉਹਦੇ ਵਿੱਚ ਅਨੇਕਾਂ ਪ੍ਰਹਿਲਾਦ ਧਰੂ ਆਦਿ ਇਹਨਾਂ ਰਾਜਿਆਂ ਦੀਆਂ ਤੇ ਭਗਤਾਂ ਦੀਆਂ ਕਹਾਣੀਆਂ ਲਿਖ ਕੇ ਉਹ ਵੱਡੀ ਹੋ ਗਈ ਪੋਥੀ। ਵੈਸੇ 7 ਹੀ ਸ਼ਲੋਕ ਆ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ 7 ਸ਼ਲੋਕੀ ਗੀਤਾ ਪੜ੍ਹ ਕੇ ਵਿਚਾਰਦਾ ਹਾਂ। ਜਿਸ ਕੇ ਪੜਨ ਵਿਚਾਰਨ ਕਰਕੇ ਸ਼ੁਭ ਮਾਰਗ ਪਰ ਹਰਿਤ ਧਰਕੈ। ਔਰ ਇਹ 7 ਸ਼ਲੋਕ ਸਾਡੇ ਇਹਨਾਂ 7 ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨ ਵਾਸਤੇ ਹੈ। ਸਾਡੇ 9 ਗਿਆਨ ਇੰਦਰੀ ਆ ਵੈਸੇ, 10ਵਾਂ ਗੁਪਤ ਰਖਾਇਆ ਅੰਦਰਲੇ ਪਾਸੇ ਆ ਉਹ। ਇਹ 7 ਸਾਡੇ ਚਿਹਰੇ ਤੇ ਲੱਗੇ ਹੋਏ ਆ। ਉਹ 7 ਸ਼ਲੋਕ ਜਿਹੜੇ ਗੀਤਾ ਦੇ ਆ ਉਹ ਨੇਤਰਾਂ ਨੂੰ, ਉਹ ਕੰਨਾਂ ਨੂੰ, ਉਹ ਰਸਨਾ ਨੂੰ, ਉਹ ਨਾਸਕਾਂ ਨੂੰ ਗਿਆਨ ਦਿੰਦੇ ਆ। ਜਿਵੇਂ ਗੁਰੂ ਅਮਰਦਾਸ ਮਾਨ ਨੇ ਬਾਣੀ ਵਿੱਚ ਕਿਹਾ ਇਹ ਨੇਤਰੋ ਮੇਰਿਓ ਹਰ ਤੋਮੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸ਼ਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇਸ ਤਰ੍ਹਾਂ ਕਹਿਣ ਲੱਗੇ ਬਾਪੂ ਅਸੀਂ 7 ਸ਼ਲੋਕੀ ਗੀਤਾ ਪੜ੍ਹਦੇ ਹਾਂ। ਦੋਹਰਾ ਕਾਲੂ ਔਰ ਅਚਰਜ ਕਰਤ ਅਚਰਜ ਬਚਨ ਸੁਨੇ ਜੋ। ਕਾਲੂ ਹੈਰਾਨ ਹੋ ਗਿਆ ਵੀ ਇਹਨੂੰ ਗੀਤਾ ਬਾਰੇ ਕੀ ਪਤਾ ਹੈ। ਕਮਾਲ ਹੋ ਗਈ, ਕਹਿੰਦਾ ਮੈਂ ਗੀਤਾ ਪੜ੍ਹਦਾ। ਲਖ ਨੇ ਕੀ ਲਾਲਸਾ ਲਗੀ ਕੂਰ ਕੇ ਸੱਚ ਬਣੇ ਜੋ। ਔਰ ਫਿਰ ਸੋਚਿਆ ਵੀ ਸੱਚ ਕਹਿੰਦਾ ਕਿ ਵਾਕਿਆ ਕੋਈ ਗਿਆਨ ਦੀ ਗੱਲ ਹੈ। ਚੌਪਈ ਮੁਝ ਕੋ ਪੜ ਕਰ ਦਿਓ ਸੁਨਾਏ ਅਰਥ ਪਨੋ ਜੋ ਪਰੇ ਲਿਖਾਏ। ਅੱਛਾ ਗੀਤਾ ਪੜ੍ਹਦੇ ਹੋ, ਸੁਣਾ ਤਾਂ ਮੈਨੂੰ, ਨਾਲੇ ਅਰਥ ਕਰਕੇ ਸੁਣਾ ਮੈਨੂੰ। ਸੁਣ ਪਿਤ ਕੀ ਬਾਣੀ ਸੁਖ ਖਾਨੀ ਅਰਥ ਕਹਿਤ ਪੈ ਜੈ ਦੁਖ ਹਾਨੀ। ਸੁਣਾਤੇ ਗੀਤਾ ਦੇ ਸ਼ਬਦ ਭਾਵੇਂ ਉਹ ਕਿਤਾਬ 'ਚ ਲਿਖੇ ਸੀ ਜਾਂ ਨਾ ਲਿਖੇ ਸੀ, ਚਾਹੇ ਕੋਲੋਂ ਸੁਣਾਤੇ, ਪਰ ਉਹਨਾਂ ਨੇ ਵਾਕਿਆ ਹੀ ਗੀਤਾ ਦੇ ਸ਼ਬਦ ਸੁਣਾਤੇ, ਗੀਤਾ ਦੇ ਅਰਥ ਕਰਤੇ। ਅਰਥ ਬਖਾਨਿਓ ਸਤਿਗੁਰ ਪੂਰੇ ਭਵ ਤਾਰਨ ਕੋ ਜੇ ਪਦ ਰੂਰੇ। ਔਰ ਉਹ ਬਚਨ ਸੁਣਾਏ ਮਹਿਤਾ ਕਾਲੂ ਜੀ ਨੂੰ ਕਿ ਹੈਰਾਨ ਹੋ ਗਏ। ਬਚਨ ਬਦਤ ਅਦਭੁਤ ਲਗ ਗੀਤਾ ਸੁਣਤ ਤਾਤ ਮ੍ਰਿਗ ਕੰਟਕ ਪ੍ਰੀਤਾ। ਬਾਪੂ ਵੀ ਗੁਰੂ ਪਿਆਰਿਓ ਜਿਵੇਂ ਘੰਟੇ ਦੀ ਆਵਾਜ਼ ਸੁਣ ਕੇ ਮਿਰਗ ਖੜ ਜਾਂਦਾ ਹੈ ਨਾ, ਬਾਪੂ ਵੀ ਖੜ ਗਿਆ ਵੀ ਯਾਰ ਵਾਕਿਆ ਪਾਂਧੇ ਦੀ ਗੱਲ ਸਹੀ ਹੈ ਤਾਂ ਪੜ੍ਹਿਆ ਲਿਖਿਆ ਪਹਿਲਾਂ ਹੀ। ਖੈਰ ਫਿਰ ਹੋਰ ਕੀ ਗੱਲਾਂ ਹੁੰਦੀਆਂ, ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬਾਕੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਬੋਲਦਿਆਂ ਨੇ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्वमय दुख पंचन गुणतास हे संगी हे निरंकार हे निर्गुण सब टेक हे गोविंद हे गुण निधान जाके सदा बबेक हे अपरंपर हर हरे भी हो बनहार हे संत है कै सदा संग निरारा आधार हे ठाकुर होंदा सरो निर्गुण गुण नहीं कोई नानक दीजै नाम दान राखो ही परोए आए प्रभ शरणागति कृपा नित दयाल
ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਬੜੇ ਪਿਆਰ ਦੇ ਨਾਲ ਬੈਠ ਕਰਕੇ ਵਿਚਾਰਾਂ ਸਰਵਣ ਕੀਤੀਆਂ। ਆਓ ਵਿਚਾਰਾਂ ਇੱਥੇ ਰੋਕਦੇ ਹਾਂ, ਕੀਰਤਨ ਦਾ ਸਮਾਂ ਹੋ ਰਿਹਾ, ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।